एक रूप सिंह बादशाह होया, एक ਉਹਦਾ मामे ਦਾ पुੱਤ होया, ਉਹਦੇ ਨਾਲੋਂ ਨਰ ਸੁਲਤਾਨ ਸੀ। ਇਹ रूप सिंह ਦੇ ਨਾਨਕੀ ਆਪੇ ਰਾਜ ਦੇ ਵਿੱਚ ਰਹਿੰਦਾ ਸੀਗਾ, ਨਾਨਕੀ ਰਹਿਣ ਲੱਗ ਗਿਆ ਨਰ ਸੁਲਤਾਨ। ਉੱਥੇ ਜਿਹੜੇ ਸੂਰਮੇ ਹੁੰਦੇ ਉਹਨਾਂ ਦਾ ਕੀ ਕੰਮ ਹੁੰਦਾ ਹੈ, ਉਹਨਾਂ ਨੇ ਅੱਗੇ ਗਲੀਲੇ ਹੁੰਦੇ, ਪਹਿਲਾਂ ਗਲੀਲਿਆਂ ਨਾਲ ਨਿਸ਼ਾਨੇ ਲਾਉਣ ਸਿੱਖਦੇ। ਆ ਗੋਲੀਆਂ ਵੱਟ ਲੈਣੀਆਂ, ਉਹਨਾਂ ਨੂੰ ਅੱਗ ਦੇ ਵਿੱਚ ਪਾ ਕੇ ਤੇ ਗਲੀਲ ਦੇ ਚਾੜ ਕੇ ਉੱਤੇ ਨਿਸ਼ਾਨਾ ਜਾਨਵਰ ਦੇ ਮਾਰ ਲੈਂਦੇ, ਉੱਡੇ ਜਾਂਦੇ ਜਾਨਵਰਾਂ ਨੂੰ ਮਾਰ ਲੈਂਦੇ ਗਲੀਲਿਆਂ ਨਾਲ। ਜਿਸ ਵਕਤ ਉਹ ਖੂਹ ਦੇ ਨੇੜੇ ਜਾ ਕੇ ਖੜ ਗਏ ਕਿਤੇ, ਜਦੋਂ ਲੜਕੀਆਂ ਪਾਣੀ ਭਰ ਕੇ ਤੁਰਦੀਆਂ ਨਾ, ਗਲੇਲਾ ਸਿੰਨ ਕੇ ਪਾਣੀ ਦੇ ਤੌੜੇ ਦੇ ਵਿੱਚ ਮਾਰਦੇ, ਉਹ ਤੌੜਾ ਫੁੱਟ ਜਾਣਾ। ਲੜਕੀਆਂ ਦੇ ਨਾ ਤੌੜਾ ਫੁੱਟ ਗਏ, ਨਾ ਸਰੀਰ ਦੇ ਲੀੜੇ ਬਦਨ ਦੇ ਲੀੜੇ ਭਿੱਜ ਗਏ। ਇੱਕ ਦਿਖਾਣਾ ਦੀ ਲੜਕੀ ਪਾਣੀ ਭਰ ਕੇ ਆਈ ਅਤੇ ਨਰ ਸੁਲਤਾਨ ਨੇ ਸਿੰਨ ਕੇ ਨਿਸ਼ਾਨਾ ਮਾਰਿਆ ਤੌੜੇ ਦਾ ਦੇ ਵਿੱਚ, ਤੌੜਾ ਫੁੱਟ ਗਿਆ ਅਤੇ ਉਹਦੇ ਸਾਰੇ ਸਰੀਰ ਦੇ ਲੀੜੇ ਭਿੱਜ ਗਏ। ਉੱਥੇ ਹੀ ਉਹ ਧਰ ਕੇ ਤੌੜਾ ਰਾਜੇ ਦੇ ਰਾਜ ਦੇ ਵਿੱਚ ਗਈ। ਰੂਪ ਸਿੰਘ ਦੇ ਪਿਓ ਦੇ ਘਰ ਵਾਲੀ ਨੂੰ ਕਹਿੰਦੀ, ਰਾਣੀ ਨੂੰ ਕਹਿੰਦੀ, ਤੁਸੀਂ ਇਹੋ ਜਿਹਾ ਬਦਕਾਰ ਮੁੰਡਾ ਇੱਥੇ ਰੱਖਿਆ, ਕਹਿੰਦੀ ਸਾਨੂੰ ਪਾਣੀ ਨਹੀਂ ਭਰਨ ਦਿੰਦਾ, ਘੁਮਿਆਰਾਂ ਦੇ ਤੌੜੇ ਮੁਕਾਤੇ ਜਿਹੜੇ ਅਸੀਂ ਭਰ ਕੇ ਲਿਆਉਣੀਆਂ ਉਹੀ ਭਰ ਦਿੰਦੇ, ਅਸੀਂ ਗਰੀਬ ਬੰਦੇ, ਸਾਡੇ ਸਰੀਰ ਦੇ ਕੱਪੜੇ ਵੀ ਸਾਰੇ ਭਿੱਜ ਗਏ। ਬੜੀਆਂ ਗਾਲਾਂ ਕੱਢੀਆਂ ਗੁੱਸੇ ਦੇ ਵਿੱਚ ਦਿਖਾਣਾ ਦੀ ਬਹੂ ਨੇ। ਉਹ ਕਹਿਣ ਲੱਗਿਆ, ਕਹਿੰਦਾ ਨਜ਼ਾ ਘੜੋਲਾ ਸੁੰਦਰ ਦਿਖਾਣੀ ਦਾ ਇਕੱਠਾ ਮੱਥਾ ਇਕੱਠਾ ਹੋ ਗਿਆ ਭਰਾਵਾਂ ਖਾਣੀ ਦਾ, ਭਿੱਜ ਗਏ ਤਮਾਮ ਬਦਨ ਦੇ ਚੀਰ ਜੀ, ਚੀਰ ਵੀ ਦੀ ਲੱਗਿਆ ਦਿਸਣ ਸਰੀਰ ਜੀ। ਜਦੋਂ ਇੰਨੀ ਗੱਲ ਆਖੀ ਤਾਂ ਕਹਿੰਦੀ ਬਦਕਾਰ ਆ ਤਾਂ ਹੀ ਤੈਨੂੰ ਤੇਰੇ ਪਿਤਾ ਨੇ ਘਰੋਂ ਕੱਢਿਆ। ਜਦੋਂ ਬਦਕਾਰ ਦਾ ਨਾਂ ਲਿਆ, ਕਵੀ ਫਲਾਨਾ, ਬੁੜੀਆਂ ਦੇ ਜਿਹੀਆਂ ਗਾਲਾਂ ਹੁੰਦੀਆਂ ਐਂ ਕੱਢੀਆਂ, ਮਨ ਦੇ ਵਿੱਚ ਠੋਕਰ ਵੱਜ ਗਈ। ਕਹਿੰਦਾ ਲੈ ਵੀ ਭਰਾਵਾ, ਮੈਂ ਤਾਂ ਹੁਣ ਜਾਣਾ ਆਪਦੇ ਰਾਜ ਦੇ ਵਿੱਚ, ਤੂੰ ਬਸ ਰਸ। ਇਹ ਜਿਹੜੇ ਨੌਜਵਾਨੀ ਦੇ ਪਿਆਰ ਹੁੰਦੇ ਨਾ, ਮੁੰਡਿਆਂ ਦੇ ਪਿਆਰ ਮੁੰਡਿਆਂ ਦੇ ਨਾਲ ਹੁੰਦੇ ਨਾ, ਬੁੜੀਆਂ ਦੀਆਂ ਸਹੇਲੀਆਂ ਦੇ ਪਿਆਰ ਸਹੇਲੀਆਂ ਦੇ ਨਾਲ ਹੁੰਦੇ ਨਾ, ਅਤੇ ਜਦੋਂ ਵਿਆਹੀਆਂ ਜਾਂਦੇ ਨੇ, ਮੁੰਡਾ ਵਿਆਹਿਆ ਜਾਂਦਾ, ਉਹ ਫਿਰ ਮਿੱਤਰ ਯਾਰੀਆਂ ਟੁੱਟ ਜਾਂਦੀਆਂ। ਉਦੋਂ ਫਿਰ ਸਾਰੀਆਂ ਸਹੇਲੀਆਂ ਦੇ ਅੱਛੇ, ਕੋਈ ਕਿਤੇ ਸਹੇਲੀ ਵਿਆਹੀ ਜਾਂਦੇ, ਕੋਈ ਕਿਤੇ, ਇਵੇਂ ਜਿਵੇਂ ਮੁੰਡੇ ਉਹਨਾਂ ਦੇ ਫਿਰ ਆਉਣ ਜਾਣ ਹੀ ਨਹੀਂ ਹੁੰਦੇ, ਆਪਦੇ ਮਿਲਦੇ ਨਹੀਂ। ਕਹਿੰਦਾ ਵੀ ਮੈਂ ਤਾਂ ਭਰਾਵਾ ਜਾਨਾ। ਉਹ ਕਹਿੰਦਾ ਵੀ ਤੂੰ ਕਿੱਧਰ ਜਾਏਗਾ? ਕਹਿੰਦਾ ਮੈਂ ਤੇਰੇ ਨਾਲ ਜਾਊਂ। ਉਹ ਤਾਂ ਇੱਕ ਰਾਣ ਸ਼ਹਿਰ ਦੇ ਵਿੱਚ ਆ ਗਏ। ਜਦੋਂ ਰਾਣ ਸ਼ਹਿਰ 'ਚ ਆਏ, ਘੋੜਿਆਂ ਦੇ ਉੱਤੇ ਦੋਹੇ ਸਵਾਰ ਹੋਏ ਵੇ। ਉਹ ਕਹਿੰਦਾ ਵੀ ਭਰਾਵਾ ਨਾ ਤਾਂ ਘੋੜਿਆਂ ਦੇ ਵਾਸਤੇ ਛੋਲੇ ਲਿਆ, ਘੋੜਿਆਂ ਨੂੰ ਪਾਵਾਂਗੇ ਭੁੱਖੇ ਨਾ, ਅਤੇ ਨਾ ਆਪਣਾ ਖਾਣਾ ਦਾਣਾ ਲੈ ਕੇ ਆਈ ਖਾਣ ਵਾਸਤੇ। ਨਾ ਤਾਂ ਰੂਪ ਸਿੰਘ ਸ਼ਹਿਰ ਦੇ ਵਿੱਚ ਗਿਆ, ਘੋੜਿਆਂ ਵਾਸਤੇ ਛੋਲੇ ਲੈ ਲਏ 2 ਬਸੇਰੀਆਂ, ਅਤੇ ਹੋਟਲ ਵਾਲਿਆਂ ਨੂੰ ਕਹਿੰਦੇ ਵਧੀਆ ਪ੍ਰਸਾਦੇ ਬਣਾ ਦਿਓ, ਵਧੀਆ ਸਬਜ਼ੀਆਂ ਸੁਬਜ਼ੀਆਂ ਬਣੀਆਂ ਹੋਣ। ਅਤੇ ਉਹ ਵੇਖਿਆ ਸਬਜ਼ੀਆਂ ਸੁਬਜ਼ੀਆਂ ਬਣਾ ਕੇ, ਉਹ ਰੂਪ ਸਿੰਘ ਨੇ ਕੀ ਸੋਚਿਆ, ਕਹਿੰਦਾ ਯਾਰ ਰਾਜਾ ਦੇ ਪੁੱਤ ਪਾਣ ਵਾਲੇ ਚੱਬਦੇ ਹੁੰਦੇ ਨੇ। ਉਹਦਾ ਕਹਿੰਦਾ ਵੀ ਪਾਣ ਲਈ ਗਏ, ਉਹਦਾ ਪਾਣ ਵਾਲਿਆਂ ਦਾ ਘਰ ਪੁੱਛਦੇ ਆ, ਪਾਣ ਵਾਲੀਆਂ 1-2 ਜਾਦੂਗਰਨੀਆਂ ਸੀ। ਉਹਦੇ ਨਾਂ ਇੱਕ ਨਾਂ ਅਤਰੀ ਸੀ, ਇੱਕ ਨਾਂ ਚਤਰੀ ਸੀ। ਉਹਨਾਂ ਦੇ ਕੋਲ ਜਾ ਪਹੁੰਚਿਆ, ਕਹਿੰਦਾ ਵੀ ਵਧੀਆ ਪਾਣ ਦਿਓ। ਉਹ ਪਾਣ ਕਰਨੀ ਨੂੰ ਕਹਿੰਦੇ, ਉਹ ਕਹਿੰਦੇ ਪਾਣ ਲੈਣੀ ਹੈ ਤਾਂ ਅੰਦਰ ਆ ਜਾ, ਵਧੀਆ ਪਾਣ ਲੈਣੀ ਹੈ। ਉਹ ਕਹਿੰਦੇ, ਉਹ ਅੰਦਰ ਜਾ ਵੜਿਆ। ਜਦੋਂ ਅੰਦਰ ਗਿਆ, ਰੂਪ ਸਿੰਘ ਨੂੰ ਤਾਂ ਤੋਤਾ ਬਣਾ ਤਾ, ਤੋਤਾ ਬਣਾ ਕੇ ਪਿੰਜਰੇ 'ਚ ਪਾ ਤਾ। ਹੁਣ ਸਾਰੀ ਰਾਤ ਨਿਕਲ ਗਈ, ਪਿੰਜਰੇ ਦੇ ਵਿੱਚ ਅੜ ਗਿਆ ਵਿਚਾਰਾ। ਉਹਨੇ ਤੜਕੇ ਭਾਲ ਕਰੀ ਭਰਾ ਦੀ, ਉਹ ਕਹਿੰਦਾ ਵੀ ਉਹ ਤਾਂ ਵਾਪਸ ਘਰ ਕੋਲ ਨੂੰ ਉੱਡ ਗਿਆ ਹੋਊ। ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਸ਼ਹਿਰ ਦੇ ਵਿੱਚ ਜਾਦੂਗਰ ਨਹੀਂ ਹੈ ਕੋਈ, ਵੀ ਜਾਦੂ ਮਾਰ ਕੇ। ਉਹ ਤਾਂ ਆਪਦੇ ਸ਼ਹਿਰ 'ਚ ਜਾ ਵੜਿਆ ਨਰ ਸੁਲਤਾਨ, ਤਾਂ ਉਹ ਹੁਣ ਕੈਦ ਹੋ ਗਿਆ ਵਿਚਾਰਾ। ਉਹ ਕਹਿਣ ਲੱਗਿਆ ਰੂਪ ਸਿੰਘ ਨੂੰ ਕੈਦ ਕਰ ਲਿਆ। ਜਦੋਂ ਉੱਥੇ ਇੱਕ ਸਾਧ ਆ ਗਿਆ,
ਸਾਧ ਆ ਕੇ ਕਹਿੰਦਾ ਵੀ ਭਾਈ ਪਾਣ ਦਿਓ। ਜਦੋਂ ਪਾਣ ਆਖਿਆ ਪਿੰਜਰਾ ਦੇ ਵਿੱਚ ਤੋਤਾ ਤਾਹਾਂ ਟੰਗਿਆ ਪਿਆ, ਪਿੰਜਰੇ ਦੇ ਵਿੱਚ ਬਾੜ ਕੇ ਉਹਦੇ ਗਾਨੀ ਵੇਖੀ, ਉਹਦੇ ਬੰਨੀ ਵੀ। ਕਹਿੰਦਾ ਵੀ ਇਹ ਤਾਂ ਇਹ ਜਨਾਨੀ ਨੇ ਤੋਤਾ ਬਣਾ ਕੇ ਬੰਨ ਲਿਆ, ਇਹਨੂੰ ਛਡਾਈਏ। ਉਹ ਪਾਣ ਕਰਨੀ ਤਾਂ ਅੰਦਰ ਵੜ ਗਈ ਤੇ ਸਾਧ ਨੇ ਪਿੰਜਰੇ ਦੇ ਵਿੱਚੋਂ ਤੋਤਾ ਕੱਢਿਆ, ਡੱਬ ਦੇ ਵਿੱਚ ਲਿਆ ਤੇ ਬਹੁ ਬੀਟ ਜਿੱਥੇ ਸੰਤਾਂ ਦਾ ਬਾਹਰ ਰੋਹੀ ਵਿਹਾਵਾਨ ਦੇ ਵਿੱਚ ਆਸਣ ਸੀਗਾ, ਉੱਥੇ ਜਾ ਕੇ ਉਹਦੇ ਗਾਨੀ ਤੋੜੀ। ਉਹਦਾ ਸਰੂ ਦੇ ਬੂਟੇ ਵਰਗਾ ਨੌਜਵਾਨ ਮੁੰਡਾ ਬਣ ਗਿਆ। ਉਹ ਕਹਿੰਦਾ ਬਾਬਾ ਤੂੰ ਮੈਨੂੰ ਬੜਾ ਬਚਾਇਆ, ਮੇਰਾ ਭਰਾ ਕਿੱਥੇ ਹੈ? ਕਹਿੰਦਾ ਭਾਈ ਤੇਰੇ ਭਰਾ ਭਰੂ ਦਾ ਮੈਨੂੰ ਕੋਈ ਪਤਾ ਨਹੀਂ, ਮੈਂ ਤਾਂ ਤੇਰੇ ਗਲ ਦੇ ਵਿੱਚ ਗਾਨੀ ਬੰਨੀ ਦੇਖੀ ਜਾਦੂ ਦੀ, ਮੈਂ ਜਾਦੂ ਦਾ ਮੰਤਰ ਜਾਣਦਾ ਸੀ, ਮੈਨੂੰ ਦਇਆ ਆ ਗਈ ਤੇਰੇ 'ਤੇ, ਮੈਂ ਤਾਂ ਤੇਰਾ ਜ਼ਿੰਦਗੀ ਬਚਾਤੀ, ਨਹੀਂ ਤੇਰਾ ਸਰੀਰ ਨੂੰ ਖਤਮ ਕਰ ਦਿੰਦੀਆਂ ਇਹ ਐਸੀਆਂ ਹੁੰਦੀਆਂ ਇਹ ਜਾਦੂਖੋਰੀਆਂ। ਉਹ ਕਹਿੰਦਾ ਫਿਰ ਉਹਦਾ ਚੇਲਾ ਬਣ ਕੇ ਉੱਥੇ ਰਹਿਣ ਲੱਗ ਗਿਆ। ਬਹੁਤ ਚਿਰ ਰਿਹਾ ਗੁਰੂ ਦੇ ਕੋਲ, ਸਾਰੀਆਂ ਕਰਤ ਵਿਦਿਆ ਸਿੱਖੀਆਂ, ਮੰਤਰ ਜੰਤਰ ਦੱਸੇ ਗੁਰੂ ਨੇ। ਕਿੱਥੇ ਜਾ ਪਹੁੰਚਿਆ ਦੇਖ ਲਾ ਕਿ ਜਦੋਂ ਇੰਨੀ ਗੱਲ ਹੋਈ ਨਾ, ਉਹ ਇਕੱਲਾ ਰਹਿਣ ਲੱਗ ਗਿਆ। ਹੁਣ ਉਹਨੇ ਗੁਰਮੰਤਰ ਦੇ ਤੇ ਗੁਰੂ ਨੇ, ਤੇ ਇੱਕ ਨਦੀ ਦੇ ਕਿਨਾਰੇ ਦੇ ਉੱਤੇ ਰਹਿੰਦਾ ਹੈ। ਨਦੀ ਦੇ ਕਿਨਾਰੇ ਸੈਰ ਕਰਦਾ ਫਿਰਦਾ ਹੈ। ਉੱਥੇ ਇੱਕ ਧੋਬੀ ਆ ਗਿਆ, ਕੱਪੜੇ ਧੋਣ ਵਾਲਾ। ਜਦੋਂ ਧੋਬੀ ਆਇਆ, ਉਹ ਕੱਪੜੇ ਧੋਣ ਲੱਗ ਗਿਆ, ਉਹਦੇ ਕੋਲੇ ਜਾ ਬੈਠਾ। ਸੰਤ ਕਹਿੰਦਾ ਭਾਈ ਤੁਸੀਂ ਕੱਪੜੇ ਧੋਣ ਆਏ ਹੁੰਦੇ ਹੋ? ਕਹਿੰਦਾ ਹਾਂ ਜੀ। ਇਹਨੇ ਧੋਬੀ ਦੀ ਲੜਕੀ ਰੋਟੀ ਲੈ ਕੇ ਆ ਗਈ, ਜਿਹਦਾ ਨਾਮ ਮੋਹਣੀ ਸੀ। ਬਹੁਤ ਸੁੰਦਰ ਸੋਹਣੀ ਸ਼ਕਲ ਵਾਲੀ ਲੜਕੀ। ਉਹ ਤਾਂ ਭਾਈ ਸਾਧ ਤਾਂ ਦੇਖ ਕੇ ਰਾਜੇ ਦਾ ਮੁੰਡਾ ਸੀ, ਫਿਰ ਜਾਗ ਪਿਆ ਕੰਮ, ਉਹਦੇ ਉੱਤੇ ਮੋਹਿਤ ਹੋ ਗਿਆ। ਜਿਸ ਵਕਤ ਉਹਨੇ ਧੋਬੀ ਨੇ ਕੱਪੜੇ ਧੋਤੇ, ਘੋੜੀ ਦੇ ਉੱਤੇ ਲੱਦੇ ਤੇ ਪਿਓ ਧੀ ਦੋਵੇਂ ਤੁਰ ਪਏ, ਆਪਦੇ ਘਰੇ ਜਾ ਵੜੇ। ਮਗਰੇ ਸਾਧ ਜਾ ਵੜਿਆ। ਜੋ ਮੈਨੂੰ ਮਗਰ ਸਾਧ ਗਿਆ, ਉਹ ਤਾਂ ਧੋਬੀ ਨੇ ਆਪਦਾ ਬਾਹਰ ਡਾਲਿਆ। ਉਹਨਾਂ ਨੂੰ ਕੋਈ ਪਤਾ ਨਹੀਂ ਵੀ ਇਹ ਕੀ ਗੱਲ ਆ, ਕੌਣ ਹੈ ਇਹ। ਉਹਦਾ ਬਾਹਰ ਦੇ ਵਿੱਚ ਬੈਠ ਕੇ ਅੱਖਾਂ ਮੀਚੀਆਂ, ਹਾਏ ਮੋਹਣੀ, ਹਾਏ ਮੋਹਣੀ, ਹਾਏ ਮੋਹਣੀ, ਐਂ ਕਰੀ ਜਾਂਦਾ, ਹੈ ਦਰਸ਼ਨ ਦੇ ਮੋਹਣੀ। ਜਿਸ ਵਕਤ ਇੰਨੀਆਂ ਐਂ ਗੱਲਾਂ ਕਰੀ ਜਾਂਦਾ, ਲੋਕ ਤਮਾਸ਼ਕਾਰ ਦੇਖ ਦੇਖ ਕੇ ਉੱਥੇ ਖੜ ਖੜ ਕੇ ਕਹਿੰਦੇ ਉਹ ਯਾਰ ਧੋਬੀ ਉਹ ਤੁਹਾਡੇ ਬਾਹਰ ਦੇ ਵਿੱਚ ਕੀ ਪਿੱਟੀ ਜਾਂਦਾ ਸਾਧ, ਹਾਏ ਮੋਹਣੀ ਕਰੀ ਜਾਂਦਾ, ਇਹ ਕੌਣ ਹੈ? ਧੋਬੀ ਨੇ ਬਾਹਰ ਖੋਲ੍ਹਿਆ, ਕਹਿੰਦਾ ਮਹਾਰਾਜ ਕੌਣ? ਕਹਿੰਦਾ ਮੈਂ ਤਾਂ ਮੋਹਣੀ ਤੇ ਆਸ਼ਕ ਹਾਂ, ਮੇਰੇ ਨਾਲ ਵਿਆਹ ਕਰ ਦੇ ਮੋਹਣੀ ਦਾ, ਮੈਂ ਫੇਰ ਬਚੂੰਗਾ। ਉਹ ਕਹਿੰਦਾ ਅੰਦਰ ਆ ਜਾਓ ਮਹਾਰਾਜ, ਅੰਦਰ ਆ ਜਾਓ। ਜਿਸ ਵਕਤ ਅੰਦਰ ਸੱਦ ਲਿਆ, ਉਹਨੂੰ ਧੋਬੀ ਨੇ ਸ਼ਰਾਬ ਬਹੁਤ ਤੇਜ਼ ਪਿਆ ਕੇ ਜਮਾ ਗੁੰਮ ਕਰਤਾ। ਗੁੰਮ ਕਰਕੇ ਇੱਕ ਸੰਦੂਖ ਦੇ ਵਿੱਚ ਪਾ ਲਿਆ। ਸੰਦੂਖ ਦੇ ਵਿੱਚ ਬੰਦ ਕਰਕੇ ਉਹ ਜਿਹੜਾ ਉਹਦੇ ਕੋਲ ਰੇੜਾ ਸੀ ਨਾ, ਉਹਦੇ ਉੱਤੇ ਸੰਦੂਖ ਨੂੰ ਧਰ ਕੇ ਇੱਕ ਰੋਹੀ ਵਿਹਾਵਾਨ ਦੇ ਵਿੱਚ ਖੂਹਾ ਸੀਗਾ, ਉਹਦੇ ਵਿੱਚ ਸਿੱਟਿਆ ਆ। ਜਦੋਂ ਖੂਹ ਦੇ ਵਿੱਚ ਡਿੱਗਿਆ, ਪਾਣੀ ਦਾ ਉੱਤੇ ਖੜਕਾ ਹੋਇਆ, ਸਾਰਾ ਨਸ਼ਾ ਲੈ ਗਿਆ। ਨਸ਼ਾ ਕੀ ਲਿਆ? ਹੱਥ ਮਾਰਦਾ, ਸੰਦੂਖ ਦਾ ਬਾਹਰ ਖੁੱਲ੍ਹ ਗਿਆ ਤਾਹਾਂ ਵਾਲੇ ਪਾਸਿਓਂ। ਜਦੋਂ ਖੂਹ ਦੇ ਵਿੱਚ ਦੇਖਿਆ ਤਾਂ ਪਾਣੀ ਫਿਰਦਾ ਹੈ। ਕਹਿੰਦਾ ਰੱਬਾ, ਮੋਹਣੀ ਕੀ, ਮੇਰੀ ਤਾਂ ਮੌਤ ਮੋਹਣੀ ਆ ਗਈ। ਮੋਹਣੀ ਕਿੱਥੇ? ਇੱਥੇ ਮੈਨੂੰ ਤਾਂ ਖੂਹ ਦੇ ਵਿੱਚ ਸਿੱਟਤਾ। ਹੁਣ ਖੂਹ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਹੈ ਵੀ ਪਰਮਾਤਮਾ ਮੈਨੂੰ ਜੇ ਤੂੰ ਬਚਾਵੇਂ ਤਾਂ ਬਚ ਸਕਦਾ, ਨਹੀਂ ਮੈਂ ਬਚ ਨਹੀਂ ਸਕਦਾ। ਹੁਣ ਐਂ ਚਾਰ ਸਫੇਰੇ ਖੂਹ ਦੇ ਵਿੱਚ ਪਾਣੀ ਦੇ ਵਿੱਚ ਸੰਦੂਕ ਤਰਦਾ ਫਿਰਦਾ, ਲੱਕੜ ਡੁੱਬਦੀ ਨਹੀਂ ਹੁੰਦੀ। ਉਹ ਖੂਹ ਦੇ ਵਿੱਚ ਨਾ ਇੱਕ ਕੁੰਡਾ ਲੱਗਿਆ ਵਾ, ਨਜ਼ਰ ਆ ਗਿਆ। ਉਹਨੇ ਕੁੰਡੇ ਨੂੰ ਜਦੋਂ ਹੱਥ ਪਾਇਆ, ਉਹ ਕੁੰਡਾ ਉਹ ਨਮਾਰੀ ਦਾ ਕੁੰਡਾ ਸੀ ਕੋਈ, ਉਹਦੇ ਵਿੱਚ ਹੀ ਸੁਰੰਗ ਸੀ ਇੱਕ। ਉਹ ਤਾਂ ਭਾਈ ਕੁੰਡਾ ਬਾਹਰ ਖੁੱਲ੍ਹ ਗਿਆ। ਉਹ ਬਾਹਰ ਖੁੱਲ੍ਹਿਆ ਤਾਂ ਅੰਦਰ ਲਾਈਟਾਂ ਲੱਗੀਆਂ ਹੋਈਆਂ ਬੜੇ। ਉਹ ਤਾਂ ਹੌਲੀ ਹੌਲੀ 7ਵੇਂ ਪਤਾਲ ਦੇ ਵਿੱਚ ਦਿਵਾਂ ਦੇ
ਦਿਓ ਦੇ ਘਰੇ ਜਾ ਪਹੁੰਚਿਆ। ਸਹੀ। ਕਿਉਂ ਦਿਓ ਦੇ ਘਰੇ ਜਾ ਪਹੁੰਚਿਆ, ਹੁਣ ਉਸ ਦਿਓ ਉਹ ਆਪ ਤਾਂ ਦਿਓ ਹੈ ਨਾ, ਉਹਦੀ ਲਟਕੀ ਸੁੱਤੀ ਪਈ ਹੈ ਅੱਛਾ ਜੀ। ਮਹਿਲਾਂ ਦੇ ਵਿੱਚ, ਐ ਸਰੂ ਦੇ ਬੂਟੇ ਵਰਗੀ ਉੱਤੇ ਪੱਲਾ ਲਿਆ ਵਾ, ਸੁੱਤੀ ਪਈ ਹੈ। ਬੈਠਾ ਦੇਖੀ ਜਾਂਦਾ ਹੈ, ਦੇਖ ਦੇਖ ਕੇ ਕਹਿੰਦਾ ਮਨਾ ਹੁਣ ਤਾਂ ਸੁੱਤੇ ਪਏ ਇਨਸਾਨ ਨੂੰ ਜਗਾਉਣਾ ਮਾੜੀ ਗੱਲ ਹੈ, ਪਾਪ ਹੁੰਦਾ, ਖਬਰ ਕਿੱਥੇ ਕਿ ਛੁੱਟੀ ਗਈ ਹੁੰਦੀ ਹੈ, ਪਰ ਆਪਾਂ ਨੂੰ ਅੱਜ ਜਗਾਉਣਾ ਪਊ। ਉਹਨੇ ਬੋਚਕਦੇ ਨੇ ਉਹਦੇ ਪੈਰ ਦੇ ਗੂਠੇ ਕੋਲੋਂ ਫੜ ਕੇ ਕੱਪੜਾ ਖਿੱਚ ਲਿਆ। ਜੋ ਖਿੱਚਿਆ ਤਾਂ ਉਹ ਬੈਠੀ ਹੋ ਗਈ। ਉਹਦੀ ਸੂਰਤ ਨੂੰ ਦੇਖ ਕੇ ਹੱਥੀ ਫਿਰ ਰੋਣ ਲੱਗ ਗਈ। ਕਹਿੰਦੀ ਜਦੋਂ ਰੋਣ ਲੱਗੀ, ਉਹ ਕਹਿੰਦਾ ਪਹਿਲਾਂ ਹੱਸੀਆਂ ਹੁਣ ਰੋਈਆਂ, ਇਹ ਗੱਲ ਕੀ ਹੈ? ਉਹ ਕਹਿੰਦੀ ਰੋਈ ਤਾਂ ਮੈਂ ਆਇਆ, ਹੱਸੀ ਆਇਆ ਮੈਂ ਤੇਰੀ ਸ਼ਕਲ ਨੂੰ ਦੇਖ ਕੇ, ਰੋਈ ਮੈਂ ਆਇਆ ਮੇਰਾ ਪਿਤਾ ਜਿਹੜਾ ਉਹ ਬਹੁਤ ਵੱਡਾ ਰਾਖਸ਼ ਹੈ, ਦਿਓ ਹੈ, ਉਹਦਾ ਨਾਮ ਹੈ ਪੂਰਾ, ਪੂਰਾ ਦਿਓ, ਉਹ ਤੈਨੂੰ ਮਾਰ ਦੂ। ਕਹਿੰਦਾ ਫਿਰ ਮੈਂ ਤਾਂ ਤੇਰੇ ਹੁਣ ਕੋਲੇ ਆਇਆ, ਤੇਰੀ ਸ਼ਰਨ ਆ ਗਿਆ, ਚਾਹੇ ਤੂੰ ਮਰਵਾ ਦੇ ਚਾਹੇ ਤੂੰ ਰੱਖ ਲਾ। ਉਹਨੇ ਮਾਰਿਆ ਜਾਦੂ, ਤੋਤਾ ਬਣਾ ਕੇ ਤਾਂ ਬਿਠਾਤਾ। ਦਿਓ ਆਇਆ, ਦਿਓ ਪੂਰਾ ਦਿਓ, ਕਹਿੰਦਾ ਇੱਥੇ ਮਾਨਸ ਦੇਹੀ ਦਾ ਮੁਸ਼ਕ ਆਉਂਦਾ ਹੈ। ਉਹ ਕਹਿੰਦੀ ਪਿਤਾ ਜੀ ਇੱਥੇ ਮਾਨਸ ਕਿੱਥੋਂ ਆ ਜਾਊ, ਤੂੰ ਬੰਦਿਆਂ ਨੂੰ ਖਾਣਾ, ਤੇਰੇ ਵਿੱਚ ਹੀ ਮੁਸ਼ਕ ਆਉਂਦਾ ਹੋ, ਇੱਥੇ ਕੌਣ ਆ ਜਾ, 4 ਸਵੇਰ ਇੱਥੇ ਤਾਂ ਕਿਤੇ ਰਸਤਾ ਹੀ ਨਹੀਂ ਗਾ ਆਉਣ ਦਾ ਕੋਈ। ਉਹ ਕਹਿਣ ਲੱਗਿਆ ਮੈਨੂੰ ਨਹੀਂ ਪਤਾ, ਉਹ ਤਾਂ ਉਹਦੇ ਕੋਲ ਹੁਣ ਰਹਿਣ ਬਹਿਣ ਲੱਗ ਗਿਆ, ਅਤੇ ਜੋ ਵੀ ਉਹਦੇ ਉੱਤੇ ਪੂਰਾ ਕਰੋਪ ਹੋ ਗਿਆ ਉਹ ਲਟਕੀ ਦੇ ਉੱਤੇ। ਕਹਿੰਦਾ ਦੱਸ ਕਿੱਥੇ ਹੈ? ਕੁੱਟਿਆ ਮਾਰਿਆ ਮਾਰੀ, ਮੰਨੀ ਨਾ। ਖਾਨੀ ਸਾਰ ਨੂੰ ਉਹਨੇ ਫੁੱਲ ਬਣਾ ਕੇ ਨਾ ਉਸ ਰੂਪ ਸਿੰਘ ਨੂੰ ਇੱਕ ਛੋਟਾ ਜਿਹਾ ਫੁੱਲ ਬਣਾ ਕੇ ਕੇਸਾਂ ਦੇ ਵਿੱਚ ਕਰਕੇ ਜੂੜਾ ਕੇਸਾਂ ਟੰਗ ਲਿਆ। ਹੁਣ ਦਿਓ ਐਡਾ ਕਰੋਪ ਹੋਇਆ ਆਪਦੀ ਪੁੱਤਰੀ 'ਤੇ, ਕਹਿੰਦਾ ਮੈਂ ਮਾਰ ਕੇ ਛੱਡੂ ਜਾਂ ਦੱਸ ਕਿੱਥੇ ਹੈ। ਤੇਲ ਦਾ ਕੜਾਹਾ ਬੀੜ ਲਿਆ ਅਤੇ ਤਹਾਂ ਵਾਲੇ ਪਾਸੇ ਦੇ ਰੱਸਾ ਪਾ ਕੇ ਪੁੱਠੀ ਲਮਕਾ ਦਿੱਤੀ। ਕਹਿੰਦਾ ਦੱਸ ਕਿੱਥੇ ਹੈ? ਉਹ ਕਹਿੰਦੀ ਜਾਂ ਪਤੀ ਪਰਮਾਤਮਾ ਹੈ ਜਾਂ ਸਿਰ 'ਤੇ ਪਿਤਾ ਤੂੰ ਖੜਾ ਹੈ ਮਾਰਨ ਖਾਤਰ, ਜਿੱਥੇ ਹੈਗਾ ਤੂੰ ਭਾਲ ਲਾ। ਤੂੰ ਜੇ ਮੈਨੂੰ ਮਾਰੇਗਾ ਆਪਦੀ ਬੰਸ ਨੂੰ ਤੂੰ ਦਾਗ ਲਾ ਲੇਗਾ ਰਾਖਸਾਂ ਦੀ ਨੂੰ, ਮੇਰੇ ਕੋਲ ਹੈ ਨਹੀਂ। ਜਿਵੇਂ ਲੱਤਾਂ ਬੰਨੀਆਂ ਪੁੱਠੀਆਂ ਲਮਕਾ ਕੇ ਇੰਨਾ ਸਿਰ ਰੱਖਿਆ ਉਹਨੇ, ਜਿਹਨੂੰ ਪਤੀ ਕਹਿ ਬੈਠੇ ਇਸਤਰੀ, ਉਹਦੇ ਨਾਲ ਸਿਦਕ ਨਿਭਾਉਣਾ ਹੁੰਦਾ ਹੈ। ਜਿਸ ਵਕਤ ਇੰਨੀ ਗੱਲ ਹੋਈ ਤਾਂ ਉਹ ਜਦੋਂ ਨਾ ਮੰਨੀ ਤਾਂ ਛੱਡਤਾ, ਲਾ ਤਾਰਤੀ। ਉਹ ਕਹਿੰਦੀ ਪਿਤਾ ਜੀ ਮੈਂ ਤਾਂ ਇੱਥੋਂ ਇੱਕ ਗੱਲ ਪੁੱਛਦੀ ਹਾਂ, ਮੇਰੇ ਦੇ ਉੱਤੇ ਤੂੰ ਇੰਨਾ ਕਰੋਪ ਹੋ ਕੇ ਮੈਨੂੰ ਮਾਰਨ ਤੱਕ ਗਿਆ, ਤੂੰ ਫਿਰ ਜੇ ਤੈਨੂੰ ਇੰਨੀ ਸ਼ੱਕ ਪੈਂਦੀ ਆ ਮੇਰੇ 'ਤੇ, ਫਿਰ ਮੇਰਾ ਬਾਟ ਟੋਲ ਕੇ ਮੇਰੀ ਸ਼ਾਦੀ ਕਰ। ਫਿਰ ਮੇਰੀ ਸ਼ਾਦੀ ਕਿਉਂ ਨਹੀਂ ਕਰਦਾ ਤੂੰ? ਮੈਂ ਨੌਜਵਾਨ ਹਾਂ ਹੋਈ ਵੀ। ਕਹਿੰਦਾ ਮੈਂ ਬਹੁਤ ਰਾਖਸਾਂ ਦੇ ਦਿਵਾਂ ਦੇ ਲਟਕੇ ਦੇਖਿਆ, ਕੋਈ ਮੇਰੇ ਫਿੱਟ ਹੀ ਨਹੀਂ ਬੈਠਾ। ਕਹਿੰਦਾ ਮੇਰੇ ਕੋਈ ਫਿੱਟ ਨਹੀਂ ਬੈਠਾ ਪੂਰਾ ਦਿਓ। ਕਹਿੰਦਾ ਮੈਂ ਬੜੇ ਬੜੇ ਦਿਵਾਂ ਕੋਲੇ ਜਾ ਆਇਆ, ਕੋਈ ਲਟਕਾ ਮੇਰੇ ਪਸੰਦ ਨਹੀਂ ਆਇਆ। ਉਹ ਕਹਿੰਦਾ ਅੱਛਾ। ਕਹਿੰਦੀ ਪਿਤਾ ਜੀ ਜੇ ਫਿਰ ਕੋਈ ਤੁਹਾਨੂੰ ਮਾਰ ਦੇਵੇ ਅਤੇ ਫਿਰ ਮੈਂ ਤਾਂ ਇੱਥੇ ਚਾਦਰਾ ਮੇਰੇ 'ਤੇ ਪਾ ਜਾਂਦਾ, ਮੈਂ ਇੱਥੇ ਮਰਿਆ ਬਰੋਬਰ ਹੋ, ਮੇਰਾ ਨਾ ਕੋਈ ਚਾਦਰਾ ਲਾ ਸਕਦਾ ਨਾ ਕੋਈ ਇੱਥੇ ਆ ਸਕਦਾ। ਉਹ ਕਹਿੰਦਾ ਪੁੱਤਰੀ ਮੈਨੂੰ ਮਾਰਨ ਵਾਲਾ ਤਾਂ ਕੋਈ ਹੈ ਹੀ ਨਹੀਂ। ਉਹ ਕਹਿੰਦੀ ਕਿਉਂ ਹੈ, ਕਿਉਂ ਨਹੀਂ? ਕਹਿੰਦਾ ਮੇਰੇ ਸਰੀਰ ਦੀਆਂ 2 ਜਾਨਾਂ ਨਾ, ਇੱਕ ਜਾਨ ਤਾਂ ਮੇਰੀ ਆਹ ਹੈ, ਇੱਕ ਜਾਨ ਮੇਰੀ ਕਹਿੰਦਾ ਬਗਲੇ 'ਚ ਹੈ। ਅਸਲੀ ਜਾਨ ਹੈ ਜਿਹੜੀ ਉਹ ਮੇਰੇ ਬਗਲੇ 'ਚ ਹੈ। ਇਸ ਸਰੀਰ ਦੇ ਵਿੱਚ ਤਾਂ ਮੈਨੂੰ ਮਾਰ ਨਹੀਂ ਕੋਈ ਸਕਦਾ। ਉਹ ਕਹਿੰਦੀ ਉਹ ਬਗਲੇ 'ਚ ਹੈ? ਕਹਿੰਦੀ ਹਾਂ। ਕਹਿੰਦਾ ਉਹ ਬਗਲਾ ਕਹਿੰਦੀ ਕਿੱਥੇ ਹੈ? ਕਹਿੰਦੀ ਉਹ ਤਾਂ ਇੱਕ ਪਹਾੜੀ ਦੇ ਉੱਤੇ ਇੱਕ ਦਰਖਤ ਹੈ, ਉਹਦੇ ਉੱਤੇ ਬਿਠਾਇਆ ਵਾ। ਕਹਿੰਦਾ ਉਸ ਰਸਤੇ ਦੇ ਵਿੱਚ 1000 ਸੱਪ ਦਾ ਪਹਿਰਾ ਲਵਾਇਆ ਵਾ ਮੇਰਾ।
ਕਹਿੰਦਾ ਉੱਥੇ ਕੋਈ ਜਾ ਨਹੀਂ ਸਕਦਾ, ਉਸ ਪਹਾੜੀ ਦੇ ਉੱਤੇ ਜਾ ਕੇ ਚੜ੍ਹਨ ਵੀ ਨਹੀਂ ਸਕਦਾ ਕੋਈ। ਜੇ ਚੜੂਗਾ ਤਾਂ ਉਹ ਸੱਪ ਖਾ ਜਾਣਗੇ। ਕਹਿੰਦਾ ਫਿਰ ਹੋਰ ਕਿਵੇਂ ਬੱਸ 'ਚ ਆਊਗੀ ਗੱਲ। ਕਹਿੰਦਾ ਦੁੱਧ ਨੂੰ ਵਾਲਾ ਦੇ ਲਈਏ। ਕਹਿੰਦਾ ਦੁੱਧ ਦੀ ਜਦੋਂ ਬਾਸ਼ਨਾ ਦੇ ਨਾਲ ਦੁੱਧ ਉਬਲਦਾ ਨਾ, ਉਹਦੀ ਖੁਸ਼ਬੂ ਹੀ ਦੂਰ ਤੱਕ ਜਾਂਦੀ ਹੈ ਦੁੱਧ ਦੀ। ਕਹਿੰਦਾ ਫਿਰ ਕਹਿੰਦਾ ਸੱਪ ਉਹ ਠੰਡਾ ਕਰਕੇ ਦੁੱਧ ਕਹਿੰਦਾ ਪਾਸੇ ਰੱਖਿਆ ਹੋਵੇ, ਸੱਪ ਤਾਂ ਦੁੱਧ ਕੰਨੇ ਨੂੰ ਜਾਣ ਆਪਦਾ ਰਸਤਾ ਛੱਡ ਕੇ, ਅਤੇ ਉਸ ਰਸਤੇ ਦੇ ਉੱਤੇ ਉਹ ਪਹਾੜੀ ਦੇ ਉੱਤੇ ਬੰਦਾ ਜਾ ਵੜੇ। ਕਹਿੰਦਾ ਫਿਰ ਕੀ ਕਹਿੰਦਾ ਉਹ ਬਗਲੇ ਨੂੰ ਫੜ ਲਏ, ਫੜ ਕੇ ਕਹਿੰਦਾ ਜੇ ਉਸ ਬਗਲੇ ਨੂੰ ਮਾਰ ਤਾਂ ਫਿਰ ਮੇਰੀ ਜਾਨ ਨਿਕਲੂ। ਕਹਿੰਦਾ ਅੱਛਾ। ਕਹਿੰਦਾ ਹਾਂ। ਜਦੋਂ ਇੰਨੀ ਗੱਲ ਆਖੀ ਉਹ ਕਹਿਣ ਲੱਗਿਆ, ਉਹਨੇ ਸਾਰਾ ਭੇਤ ਲੈ ਲਿਆ ਜਨਾਨੀ ਨੇ ਆਪਦੇ ਪਿਤਾ ਦਾ। ਕਹਿੰਦਾ ਫਿਰ ਹੁਣ ਆਪਾਂ ਇਹਦੀ ਮਾਰਨ ਦੀ ਕੋਸ਼ਿਸ਼ ਕਰੀਏ। ਉਹਨੇ ਸਾਰਾ ਰੂਪ ਸਿੰਘ ਨੂੰ ਭੇਤ ਦੇ ਤਾ ਵੀ ਇਹਦੀ ਜਾਨ ਹੈ ਜਿਹੜੀ ਪਹਾੜੀ ਦੇ ਉੱਤੇ ਬਗਲਾ ਹੈ ਉਹ 'ਚ ਹੈ। ਐਸੇ ਸਰੀਰ ਦੇ ਨਾਲ ਤਾਂ ਕਿੰਨਾ ਯੁੱਧ ਕਰ ਲਾ। ਜਿਸ ਵਕਤ ਉੱਥੋਂ ਉਹ ਫੜ ਲਿਆ ਨਾ ਜਾ ਕੇ ਬਗਲਾ, ਅਤੇ ਜਦੋਂ ਉਹਦੀ ਹਨੇਰੀ ਦਾ ਤੂਫਾਨ ਬਣ ਕੇ ਦਿਓ ਆਉਂਦਾ ਭੱਜਾ, ਫਿਰ ਉਹਦਾ ਇੱਕ ਲੱਤ ਤੋੜਤੀ। ਐ ਡੁੱਡਾ ਐ ਗੋਡੇ ਗੋਡਨੀਆਂ ਹੱਥਾਂ ਨਾਲ ਭੱਜਾ ਆਉਂਦਾ। ਫਿਰ ਦੂਜੀ ਤੋੜਤੀ, ਫਿਰ ਉਲਟ ਸੁਲਟ ਕਰਕੇ ਆਉਂਦਾ। ਫਿਰ ਉਹਨੇ ਬਾਂਹ ਤੋੜਤੀ, ਇੱਕ ਫਾਰਾ ਜਿਹੜੇ ਉਹ ਤੋੜਤਾ ਫਾਰ ਇੱਕ ਪਾਸੇ ਦਾ। ਫਿਰ ਉਦੋਂ ਕਹਿੰਦੀ ਪਿਤਾ ਜੀ, ਫਿਰ ਉਹ ਕਹਿੰਦੀ ਤੈਥੋਂ ਤਾਂ ਮੇਰਾ ਵਰ ਟੋਲਿਆ ਨਹੀਂ ਗਿਆ, ਮੈਂ ਆਪਦਾ ਵਰ ਆਪੇ ਟੋਲਿਆ। ਜੇ ਤਾਂ ਤੂੰ ਹੁਣ ਸ਼ਾਦੀ ਕਰੇਗਾ ਤਾਂ ਦੇਖ ਲਾ। ਕਹਿੰਦਾ ਮੈਨੂੰ ਵਿਖਾ ਤਾਂ ਦੇ। ਉਹਨੂੰ ਪਿੱਛੇ ਕਰਤਾ। ਕਹਿੰਦੀ ਇਹ ਰਾਖਸ਼ਾਹੀ ਦਾ ਕੋਈ ਪਤਾ ਨਹੀਂ ਵੀ ਦਿਓਗਾ ਕਿ ਕਿਹੜੇ ਮਾਰੇ ਝੁੱਟ ਬਾਂਹਦੀ, ਇਹਦੇ ਬਾਰੇ ਬੜੀਆਂ ਭੁਜਾਂ ਲੰਮੀਆਂ। ਕਹਿੰਦਾ ਆਹ ਹੈ। ਜਿਹਨੂੰ ਦੇਖ ਕੇ ਕਹਿੰਦਾ ਮੁੰਡਾ ਤਾਂ ਬਹੁਤ ਸੋਹਣਾ ਹੈ। ਕਹਿੰਦਾ ਮੈਂ ਫਿਰ ਫੇਰੇ ਕਰਾਉਣ ਨੂੰ ਕਿਸੇ ਬਾਹਮਣ ਨੂੰ ਸੱਦ ਕੇ ਲਿਆਵਾਂ। ਉਹ ਕਹਿੰਦੀ ਤੂੰ ਤਾਂ ਇੱਥੇ ਹੀ ਰਹਿ, ਮੈਂ ਚਿੱਠੀ ਭੇਜ ਦਿੰਦੇ ਮੇਰੀ ਮਾਤਾ ਨੂੰ ਵੀ ਲਟਕੇ ਵੀ ਤੇਰੀ ਧੀ ਨੇ ਬਾਹਰ ਟੋਲ ਲਿਆ। ਉਹ ਹੋਰ ਮਹਿਲ 'ਚ ਰਹਿੰਦੀ ਸੀ ਉਹਦੀ ਮਾਤਾ। ਉਹਨੂੰ ਆਪਦੀ ਮਾਂ ਨੂੰ ਕਹਿੰਦੀ ਮਾਤਾ ਮੈਂ ਆਪਦਾ ਬਾਹਰ ਟੋਲ ਲਿਆ, ਪੰਡਤ ਜੀ ਨੂੰ ਨੌਕਰ ਨੂੰ ਭੇਜ ਕੇ ਸੱਦ ਕੇ ਲਿਆ। ਉਹਨੇ ਸੱਦ ਲਿਆਂਦਾ ਨੌਕਰ, ਉਹਨੇ ਫੇਰੇ ਕਰੇ ਅਤੇ ਕਹਿੰਦੀ ਤੇ ਜਲ ਦੀਆਂ ਚੂੜੀਆਂ ਛਿੜਦੇ ਰਾਖਸ਼ ਨੂੰ, ਕਹਿੰਦੀ ਦਿਓ ਨੂੰ। ਕਹਿੰਦੀ ਹੁਣ ਆਪਦੇ ਧੀ ਦੀਆਂ ਜਲ ਦੀਆਂ ਚੂੜੀਆਂ ਛਿੜਦੇ, ਜਦੋਂ ਆਪਾਂ ਧੀ ਤੋਰਦੇ ਨਾ ਛਿੜਦੇ ਬਾਬਲਾ ਵੇ ਧਰਮ ਦੀਆਂ ਚੂੜੀਆਂ, ਹੁਣ ਧੀ ਹੋਈ ਪ੍ਰਦੇਸ਼ਨ ਤੇਰੀ, ਛਿੜਦੇ ਧਰਮ ਦੀਆਂ ਚੂੜੀਆਂ। ਫਿਰ ਦਿਓ ਨੇ ਜਲ ਦੀਆਂ ਚੂੜੀਆਂ ਛਿੱਟ ਕੇ ਕਹਿੰਦਾ ਵੀ ਤੁਸੀਂ ਬਸੋ ਮੌਜਾਂ ਕਰੋ, ਮੈਂ ਹੁਣ ਆਪਦਾ ਸਰੀਰ ਛੱਡਦਾ। ਫਿਰ ਉਹ ਦਿਓ ਨੂੰ ਮਾਰ ਕੇ ਨਾ ਫਿਰ ਬਾਹਰ ਨਿਕਲਿਆ ਦੋਵੇਂ ਮਾਤ ਲੋਕ 'ਤੇ। ਜਦੋਂ ਮਾਤ ਲੋਕ ਦੇ ਵਿੱਚ ਆ ਗਏ ਕੀ ਹੋਇਆ, ਹੁਣ ਸੈਰ ਕਰਦੇ ਫਿਰਦੇ ਆ ਮਾਤ ਲੋਕ ਦੇ ਵਿੱਚ, ਆਪਣੀ ਮਾਤ ਲੋਕ ਹੈ। ਜਦੋਂ ਸੈਰ ਕਰਦੇ ਫਿਰਦੇ ਆ, ਸੈਰ ਕਰਦੇ ਇੱਕ ਬਾਗ ਦੇ ਨੇੜੇ ਜਾ ਵੜੇ। ਉਸ ਬਾਗ ਦੇ ਵਿੱਚ ਖਰਬੂਜੇ ਲਾਏ ਵੇ ਸੀ। ਕਹਿੰਦੀ ਮੈਂ ਤਾਂ ਖਰਬੂਜਾ ਖਾਣਾ, ਕਿੰਨਾ ਕੁ ਮਿੱਠਾ ਹੁੰਦਾ ਹੈ। ਸਰਦੇ ਖਰਬੂਜੇ, ਸਰਦਾ ਖਰਬੂਜਾ ਕਿਹਨੂੰ ਕਹਿੰਦੇ ਹੁੰਦੇ ਨਾ, ਜਿਹੜਾ ਹਰੇ ਰੰਗ ਦਾ ਹੋਵੇ, ਹਰਾ ਰੰਗ ਹੋਵੇ, ਧਾਰੀ ਹੋਵੇ ਵਿੱਚ, ਉਹ ਖਰਬੂਜਾ ਮਿੱਠਾ ਬਹੁਤ ਜ਼ਿਆਦਾ ਹੁੰਦਾ ਹੈ। ਉਹਦੇ ਕੋਲੇ ਕਾਚੂ ਸੀਗਾ, ਕਰਦ ਕਰ ਲਓ ਚਾਹੇ ਕਾਚੂ ਕਹਿ ਲਓ। ਉਹਨੇ ਰੂਪ ਸਿੰਘ ਨੇ ਉਹਦੇ ਨਾਲ ਫਾੜਾਂ ਕਰਕੇ ਦੇਤੀਆਂ। ਐਂ ਕੱਟ ਲੈਂਦੀ ਨਾ, ਫਾੜੀ ਲੰਮੀ ਦੀ ਲੰਮੀ ਹੋ ਜਾਂਦੀ ਹੈ। ਉਹ ਕਹਿੰਦੀ ਮੈਥੋਂ ਤਾਂ ਖਾਧਾ ਨਹੀਂ ਜਾਂਦਾ, ਮੈਂ ਇਹਦੇ ਨਾਲ ਕੱਟ ਕੇ ਖਾਂਦੇ ਹਾਂ। ਉਹ ਜਿਸ ਵਕਤ ਕਰਦ ਦੇ ਨਾਲ ਕੱਟ ਕੇ ਖਾਣ ਲੱਗੀ ਨਾ ਪਰੀ, ਉਹਦਾ ਕਰਦ ਦੇ ਉੱਤੇ ਚੜ੍ਹ ਗਿਆ ਫਾੜੀ, ਛੋਟੀ ਜਿਹੀ ਫਾੜੀ ਐਂ ਕਰਦ ਦੇ ਉੱਤੇ ਲੱਗ ਗਈ। ਉਹ ਤਾਂ ਐਂ ਮੂੰਹ ਦੇ ਵਿੱਚ ਪਾਈ ਜਦੋਂ, ਉਹ ਤਾਂ ਕਰਦ ਉਹਦੇ ਵਿੱਚ ਫਿਰ ਗਈ ਜੀਭ ਦੇ, ਤਿੱਖੀ ਕਰਦ ਸੀ। ਉਹੀ ਤਾਂ ਮੌਤ ਹੋ ਗਈ। ਇਹ ਮੌਤ ਹੋਈ ਉੱਥੇ। ਫਿਰ ਕੀ ਕਹਿੰਦੇ ਆ ਮਨਾ,
ਇਹ ਤਾਂ ਤੈਂ ਕਹਿੰਦਾ ਤੇ ਉਹਦੇ ਨਾਲ ਧੋਖਾ ਕਰਿਆ ਸੀ ਤੇ ਤੇਰੇ ਨਾਲ ਵੀ ਧੋਖਾ ਹੋਇਆ, ਤੇਰੇ ਹੱਥ ਵੀ ਨਹੀਂ ਆਏ। ਕਿਸੇ ਨੂੰ ਮਾਰਨਾ, ਕਿਸੇ ਨੂੰ ਬਸਾਉਣਾ, ਇਹ ਪਰਮਾਤਮਾ ਦੀ ਖੇਡ ਹੈ। ਜਿਸ ਵਕਤ ਇੰਨੀ ਗੱਲ ਹੋਈ ਤਾਂ ਫਿਰ ਉੱਥੋਂ ਸੈਲ ਕਰਨ, ਫਿਰ ਵੇਖ ਲਾ ਮਾਤ ਲੋਕ ਦੇ ਵਿੱਚ ਆ ਕੇ ਫਿਰਦਾ ਹੈ। ਜਿਉਂ ਫਿਰਦਾ ਹੈ, ਗੇੜੇ ਖਾਂਦਾ ਫਿਰਦਾ ਹੈ ਵਿਜੋਗ ਦੇ ਵਿੱਚ। ਇੱਕ ਰਾਜਾ ਸੈਰ ਕਰਦਾ ਕਰਦਾ ਘੋੜੇ ਦੇ ਉੱਤੇ ਆ ਗਿਆ। ਸੱਚ, ਜਿਸ ਵਕਤ ਉੱਥੋਂ ਨਿਕਲਿਆ, ਹਾਂ ਠੀਕ ਹੈ, ਉਹ ਜਿਵੇਂ ਇੱਕ ਰਾਜਾ ਇੱਕ ਸੈਰ ਕਰਦਾ ਫਿਰਦਾ ਨਾ, ਉਹ ਸੈਰ ਕਰਦੇ ਕਰਦੇ ਨੂੰ ਹਰਨ ਮਗਰ ਘੋੜਾ ਲਾਇਆ, ਹਰਨ ਲੋਪ ਹੋ ਗਿਆ। ਲੋਪ ਹੋ ਕੇ ਹਰਨ ਤਾਂ ਜੰਗਲਾਂ 'ਚ ਲੁਕ ਗਿਆ। ਉਹ ਰਾਜੇ ਨੇ ਜਦੋਂ ਘੋੜਾ ਮੋੜਿਆ, ਵੀ ਸਾਹ ਤਾਂ ਬਣਿਆ ਹੋਇਆ ਸੀ ਪਹਿਲਾਂ, ਫਿਰ ਉਹ ਆਪਦੇ ਕਿਤੇ ਕੁਟੀਆਂ ਦੇ ਵਿੱਚ ਬੈਠਾ ਭਜਨ ਕਰਦਾ ਪਰਮਾਤਮਾ ਦਾ। ਕਹਿੰਦਾ ਵੀ ਉਹ ਤਾਂ ਮੈਥੋਂ ਖੁਸ਼ ਗਈ ਅਤੇ ਹੁਣ ਆਪਾਂ ਪਰਮਾਤਮਾ ਦਾ ਭਜਨ ਕਰੀਏ। ਉਹ ਰਾਮ ਸਿੰਘ ਰਾਜਾ ਸੀ ਇੱਕ, ਉਹ ਵਿਆਕਲ ਹੋ ਕੇ ਪਾਣੀ ਤੋਂ ਅੰਨਾ ਹੋਇਆ ਘੋੜਾ ਦੌੜਿਆ ਵਾ ਵੱਧ ਸੀ। ਉਹ ਆ ਕੇ ਸਾਧ ਦੀ ਕੁਟੀਆ ਕੋਲ ਖੜ੍ਹ ਗਿਆ। ਬਿਰਸ ਥੱਲੇ ਦਰਖਤ ਸੀਗਾ, ਉੱਥੇ ਕੁਟੀਆ ਦੇ ਕੋਲ ਦਰਖਤ ਸੀਗਾ, ਉਹਦੇ ਥੱਲੇ ਖੜ੍ਹਿਆ। ਜਿਉਂ ਖੜਕਾ ਸੁਣਿਆ ਘੋੜੇ ਦਾ ਅਤੇ ਉਹ ਸੰਤ ਰੂਪ ਸਿੰਘ ਅੰਦਰੋਂ ਨਿਕਲਿਆ। ਅੰਦਰੋਂ ਨਿਕਲ ਕੇ ਕਹਿੰਦਾ ਉਹ ਵੀ ਇਹ ਤਾਂ ਕਿਸੇ ਬਾਦਸ਼ਾਹ ਦਾ ਲੜਕਾ ਹੈ। ਉਹਨੇ ਘੋੜੇ ਤੋਂ ਤਾਰਿਆ, ਤਾਰ ਕੇ ਠੰਡਾ ਪਾਣੀ ਪਿਆਇਆ ਉਹਨੂੰ, ਅੱਖਾਂ ਦੇ ਉੱਤੇ ਪਾਣੀ ਦੇ ਛਿੱਟੇ ਮਾਰੇ। ਬੇਹੋਸ਼ ਹੋਏ ਨੂੰ ਸੁਰਤ ਆਈ ਪਾਣੀ ਦੇ, ਅੱਖਾਂ 'ਤੇ ਛਿੱਟੇ ਮਾਰੇ ਤੋਂ ਫਿਰ ਉਹਨੂੰ ਪਾਣੀ ਪਿਲਾਇਆ। ਫਿਰ ਘੋੜੇ ਦੀਆਂ ਅੱਖਾਂ 'ਤੇ ਪਾਣੀ ਪਾਇਆ, ਪਾਣੀ ਘੋੜੇ ਨੂੰ ਪਿਲਾਇਆ, ਸੁਰਤ ਆ ਗਈ। ਕਹਿੰਦਾ ਮਹਾਰਾਜ ਤੁਸੀਂ ਇੱਥੇ ਇਕੱਲੇ ਜੰਗਲ ਦੇ ਵਿੱਚ ਬੈਠੇ ਹੋ, ਤੁਸੀਂ ਤਾਂ ਮੇਰਾ ਅੱਜ ਤੋਂ ਧਰਮ ਦਾ ਭਰਾ ਹੈ, ਮੇਰੀ ਜ਼ਿੰਦਗੀ ਤੈਂ ਬਚਾਈ ਹੈ, ਮੈਂ ਤਾਂ ਤੈਨੂੰ ਆਪਦੇ ਰਾਜ ਚਲ ਜਾਊਂ। ਜਦੋਂ ਇੰਨੀ ਗੱਲ ਆਖੀ ਰਾਜ ਚਲ ਜਾਊਂ, ਕਹਿੰਦਾ ਹਾਂ। ਰੂਪ ਸਿੰਘ ਨੂੰ ਘੋੜੇ 'ਤੇ ਚੜ੍ਹਾ ਕੇ ਆਪਦੇ ਰਾਜ 'ਚ ਲੈ ਆਇਆ। ਆਪਦੇ ਘਰ ਵਾਲੇ ਨੂੰ ਕਹਿਣ ਲੱਗਿਆ ਇਹ ਮੇਰਾ ਧਰਮ ਦਾ ਭਰਾ ਹੈ, ਜਿਹਨੇ ਮੇਰੀ ਜ਼ਿੰਦਗੀ ਬਚਾਈ ਹੈ, ਨਹੀਂ ਮੈਂ ਜੰਗਲਾਂ ਦੇ ਵਿੱਚ ਤੈਨੂੰ ਮੁੜ ਕੇ ਮਿਲਣਾ ਵੀ ਨਹੀਂ ਸੀ। ਇਹਨੂੰ ਕਿਤੇ ਕੌੜਾ ਵਚਨ ਨਾ ਬੋਲੀ। ਉਹ ਕਹਿੰਦੀ ਸੱਤ ਵਚਨ। ਉੱਥੇ ਰਹਿੰਦੇ ਰਹਿੰਦੇ ਨੂੰ ਕੋਈ ਸਾਲ ਭਰ ਹੋ ਗਿਆ। ਸਾਲ ਭਰ ਮਗਰੋਂ ਇੱਕ ਦਿਨ ਫਿਰ ਛਤਰੀ ਵੰਸ਼ ਜਿਹੜੀ ਹੁੰਦੀ ਹੈ, ਇਹਨੂੰ ਫਿਰ ਸ਼ਿਕਾਰ ਖੇਡਣ ਦੀ ਜਾਗ ਪਈ ਆਦਤ। ਜੋ ਕਹਿੰਦਾ ਵੀ ਭਰਾਵਾ ਮੈਂ ਤਾਂ ਅੱਜ ਸ਼ਿਕਾਰ ਜਾ ਕੇ ਆਉਣਾ ਹੈ, ਪੰਜੇ ਸ਼ਾਸਤਰ ਲਾ ਲਏ। ਘੋੜੇ ਦੇ ਉੱਤੇ ਰੂਪ ਸਿੰਘ ਸਵਾਰ ਹੋ ਗਿਆ, ਸਵਾਰ ਹੋ ਕੇ ਹੁਣ ਜੰਗਲਾਂ ਨੂੰ ਚੱਲ ਪਿਆ। ਚੱਲਿਆ ਵਾ ਜੰਗਲ ਨੂੰ। ਇੱਕ ਜੰਗਲ ਦੇ ਵਿੱਚ ਹਰਨ ਨਿਕਲਿਆ, ਉਹਦੇ ਮਗਰ ਘੋੜਾ ਲਾਇਆ, ਹਰਨ ਲੋਪ ਹੋ ਗਿਆ। ਤਾਂ ਪਰੀਆਂ ਉੱਡੀਆਂ ਜਾਂਦੀਆਂ 7। ਜਦੋਂ 7 ਪਰੀਆਂ ਉੱਡੀਆਂ ਜਾਂਦੀਆਂ, ਉਹਨਾਂ ਨੇ ਦੇਖਿਆ ਉਹਦੇ ਆਤਰ ਫਲੇਲਾਂ ਲੱਗੀਆਂ, ਖਸੋਈ ਆਈ ਪਰੀਆਂ ਨੇ, ਉਹ ਤਾਂ ਸਿੱਧੇ ਘੋੜੇ ਚੱਕ ਕੇ ਲੈ ਗਈਆਂ। ਸਿੱਧੇ ਘੋੜੇ ਚੱਕ ਕੇ ਗਈਆਂ, ਆਪਦੇ ਰਾਜ ਦੇ ਵਿੱਚ ਲੈ ਗਈਆਂ ਪਰੀਆਂ। ਉੱਥੇ ਜਾ ਕੇ ਰਹਿਣ ਬਹਿਣ ਲੱਗ ਗਿਆ, ਫਿਰ ਫਸ ਗਿਆ। ਜਿਹਦੇ ਉੱਤੇ ਰੂਪ ਵਾਲਾ ਹੋਵੇ ਨਾ, ਉਹਨੂੰ ਮਾਰਾਂ ਬਾਹਲੀਆਂ ਪੈਂਦੀਆਂ, ਚਾਹੇ ਜਨਾਨੀ ਹੈ ਚਾਹੇ ਮਰਦ ਹੈ। ਇਹ ਸੋਹਣੇ ਰੂਪ ਦੇ, ਜੇ ਸੋਹਣਾ ਫੁੱਲ ਹੋਵੇ, ਫੁੱਲ ਦੇ ਉੱਤੇ ਭੌਰ ਬਹੁਤ ਆ ਕੇ ਬਹਿੰਦੇ ਨੇ। ਕਿੰਨਾ ਸੋਹਣਾ ਹੁੰਦਾ ਫੁੱਲ, ਉਹਦੇ ਫੁੱਲ ਦੀ ਖੁਸ਼ਬੂ ਹੀ ਲੈਂਦੇ ਨੇ ਉਹ। ਇਵੇਂ ਜਿਵੇਂ ਸੋਹਣੇ ਰੂਪ 'ਤੇ ਇਸਤਰੀ ਮੋਹ ਤੋਂ ਮਰਦ ਮੋਹਤ ਹੁੰਦਾ ਹੈ, ਇਹ ਰੂਪ ਨੂੰ ਰੂਪ ਹੀ ਪੜਦਾ ਹੈ। ਰੂਪ ਨੂੰ 100 ਕੋਹ ਤੋਂ ਬਿੱਜਾਂ ਪੈਂਦੀਆਂ ਗੋਰੇ ਨੂੰ। ਅਕਲ ਹੋਵੇ, ਰੂਪ ਸੋਹਣਾ ਹੋਵੇ, ਉਹਨੂੰ ਹਰੇਕ ਚਾਹੁੰਦਾ ਹੈ। ਹੁਣ ਮੇਰੇ ਵਰਗੇ ਨੂੰ ਕੌਣ ਚਾਹੁੰਦਾ? ਜਦੋਂ ਇੰਨੀ ਗੱਲ ਆਖੀ, ਉਹ ਤਾਂ ਉੱਥੇ ਰਹਿਣ ਬਹਿਣ ਲੱਗੇ। ਉਹ ਕਹਿੰਦੀਆਂ ਵੀ ਤੂੰ
ਸਾਡੇ ਕੋਲ ਰਹਿ ਖਾਣਾ ਦਾਣਾ ਜਿੰਨਾ ਤੇਰੇ ਮਰਜ਼ੀ ਜਿਹਾ ਚਿੱਤ ਮੈਨੂੰ ਅਸੀਂ ਆ ਕੇ ਬਣਾਇਆ ਕਰਾਂਗੀਆਂ ਤੇ ਇੱਥੇ ਮੌਜ ਨਾਲ ਰਹਿ ਤੂੰ ਸਾਡੇ ਕੋਲ। ਉਹ ਤਾਂ ਉੱਥੇ ਜਦੋਂ ਰਹਿਣ ਲੱਗ ਗਿਆ ਉਹਨੇ ਸਾਰੇ ਮਹਿਲ ਮਹੂਲ ਦੇਖ ਕੇ ਇੱਕ ਬੈਠਕ ਜਿਹਦਾ ਬਾਹਰ ਖੋਲ੍ਹਿਆ ਉਹਦੇ ਵਿੱਚ ਇੱਕ ਘੋੜਾ ਖੜਾ। ਜਿਉਂ ਘੋੜਾ ਖੜਾ ਉਹ ਕਹਿੰਦਾ ਭਰਾਵਾ ਜੇ ਮੈਨੂੰ ਪਾਣੀ ਪਿਆਵੇਂ ਤਾਂ ਮੈਂ ਤੇਰਾ ਬਹੁਤ ਧੰਨਵਾਦ ਕਰਦਾ। ਉਹ ਕਹਿੰਦਾ ਵੀ ਅੱਛਾ ਪਿਆ ਦਿੰਦਾ। ਉਹਦਾ ਘੋੜਾ ਪਰੀਆਂ ਦੇ ਮੁਲਕ 'ਚ ਇੰਦਰਪੁਰੀ 'ਚ ਲੈ ਕੇ ਵਗ ਗਿਆ। ਉਹਨੇ ਸਾਰਾ ਵੇਖਿਆ, ਵੇਖ ਕੇ ਉੱਥੋਂ ਮੋੜ ਲਿਆ। ਉਹ ਘੋੜਾ ਕਹਿੰਦਾ ਵੀ ਮੇਰੀ ਗੱਲ ਇੱਕ ਸੁਣ ਲੈ ਭਰਾਵਾ, ਕਹਿੰਦਾ ਤੇਰੀ ਮੌਤ ਹੋਊਗੀ। ਕਹਿੰਦਾ ਮੈਂ ਵੀ ਕਿਸੇ ਬਾਦਸ਼ਾਹ ਦਾ ਘੋੜਾ ਸੀ। ਕਹਿੰਦਾ ਮੌਤ ਕਿਦੋਂ ਕਰਦੀਆਂ ਪਰੀ, ਜਿੰਨਾ ਚਿਰ ਨਿਸ਼ਾਨ ਦੇ ਵਿੱਚ ਲਹੂ ਹੈ ਉਹਨਾਂ ਚਿਰ ਜਨਾਨੀ ਮੋਹਤ ਰਹਿੰਦੀ ਹੈ। ਜਦੋਂ ਲਹੂ ਸਰੀਰ ਦਾ ਚਿੱਟਾ ਲਹੂ ਮੁੱਕ ਜਾਂਦਾ ਹੈ ਉਹ ਬੇਕਾਰ ਹੋ ਜਾਂਦਾ ਹੈ। ਜਦੋਂ ਬੇਕਾਰ ਹੋ ਜਾਂਦਾ ਹੈ ਉਹ ਕਹਿੰਦਾ ਉਦੋਂ ਤੇਰੀ ਬਲੀ ਦੇ ਦੇਣੀ ਇਹਨਾਂ ਨੇ, ਤੇਰੀ ਬਲੀ ਦੇਣੀ ਹੈ ਪੀਰ ਨੂੰ, ਜਿਹੜਾ ਇਹਨਾਂ ਦਾ ਪੀਰ ਹੈ ਵੱਡਾ। ਕਹਿੰਦਾ ਫਿਰ ਜੇ ਮੇਰੀ ਮੰਨਦਾ ਤਾਂ ਤੈਨੂੰ ਮੈਂ ਇੱਥੋਂ ਕੱਢ ਕੇ ਲੈ ਜਾਣਾ। ਉਹ ਕਹਿੰਦਾ ਪੱਕੀ ਗੱਲ ਹੈ। ਕਹਿੰਦਾ ਕਰੰਗ ਦੇਖ ਲਾ ਪਏ ਨੇ ਅੰਦਰ, ਬਾਦਸ਼ਾਹ ਦੇ ਕਰੰਗ ਦੇਖ ਲਾ, ਕਈਆਂ ਬਾਦਸ਼ਾਹ ਦੇ ਲੜਕਿਆਂ ਨੂੰ ਇਹ ਚੱਕ ਕੇ ਲਿਆਈਆਂ ਤੇ ਕਿੰਨੇ ਦਿਨ ਦੇ ਕਰੰਗ ਪਏ ਨੇ ਦੇਖ ਲਾ। ਰੂਪ ਸਿੰਘ ਕਹਿੰਦਾ ਵੀ ਮਿੱਤਰਾ ਚੱਲ ਫਿਰ ਮੈਂ ਤੈਨੂੰ ਸ਼ਿਕਾਰ ਲਾਉਣਾ ਤੇਰੇ ਤੇ ਘਾਹ ਘੂ ਖਵਾ ਕੇ ਪਾਣੀ ਧਾਣੀ ਪਿਆ ਕੇ ਫਿਰ ਮੈਨੂੰ ਲੈ ਕੇ ਉੱਡ ਜਾਏਗਾ। ਕਹਿੰਦਾ ਮੈਂ ਪਾਉਣ ਵਾਂਗੂ ਜਾਊਂ। ਉਹਦਾ ਭਾਈ ਫਿਰ ਉੱਥੋਂ ਕੱਢ ਲਿਆ, ਕੱਢਿਆ ਵਾ ਤੇ ਪਰੀਆਂ ਨੂੰ ਵੀ ਪਤਾ ਲੱਗ ਗਿਆ। ਪਰੀਆਂ ਵੀ ਉੱਡ ਪਈਆਂ, ਸੂਹਣ ਦੇ ਡੱਕੇ ਲੈ ਲਏ। ਸੂਹਣ ਦੇ ਡੱਕਿਆਂ ਛਿੜਦੀਆਂ ਆਉਂਦੀਆਂ ਜਿੱਥੋਂ ਦੀ ਪੈੜ ਜਾਂਦੀ ਹੈ। ਤੇ ਇੱਕ ਪਰੀ ਜਿਹੜੀ ਸਰਦਾਰਨੀ ਸੀ ਸਾਰੀਆਂ ਦੀ, ਉਹਦੇ ਕੋਲੇ ਚੌਲਾਂ ਦੀ ਮੁੱਠੀ ਭਰ ਕੇ ਘੋੜੇ ਦੇ ਉੱਤੇ ਸਵਾਰ ਦੇ ਐਂ ਮਾਰੀ ਮੁੱਠੀ। ਕਹਿੰਦੀ ਜਾ ਭਸਮ ਦੁਹਟਾ, ਉੱਥੇ ਹੀ ਭਸਮ ਹੋ ਗਿਆ ਸਿੱਧੇ ਘੋੜਾ ਸੁਆਹ ਬਣ ਗਈ। ਜਦੋਂ ਸੁਆਹ ਬਣੀ ਵੀ ਫਿਰ ਜਿਹੜਾ ਰਾਮ ਸਿੰਘ ਬਾਦਸ਼ਾਹ ਸੀ ਉਹ ਹੁਣ ਆਪਦੇ ਭਰਾ ਦੀ ਭਾਲ ਕਰਦਾ ਹੈ। ਬੜੇ ਸਾਰੇ ਜੰਗਲਾਂ ਦੇ ਵਿੱਚ ਗੇੜੇ ਤੇ ਰਾਜਾ ਰਾਣਿਆਂ ਦੇ ਪਤਾ ਰਿਹਾ, ਕਿਤੋਂ ਉਹਦੀ ਖਬਰਸਾਰ ਨਾ ਨਿਕਲੀ। ਜਦੋਂ ਖਬਰਸਾਰ ਨਾ ਨਿਕਲੀ ਇੱਕ ਪੰਡਤ ਉਹਦੇ ਵਿੱਚੋਂ ਇੱਕ ਬੋਹੜ ਦਾ ਬੂਟਾ ਬਣ ਕੇ ਉੱਗ ਪਿਆ ਸੁਆਹ ਚੋਂ। ਗਿਣਵੇਂ ਦਿਨਾਂ ਦੇ ਵਿੱਚ ਹੀ ਵੱਡਾ ਹੋ ਗਿਆ। ਜਿਉਂ ਵੱਡਾ ਹੋਇਆ ਉਹਦੇ ਵਿੱਚੋਂ ਬਾਜ਼ ਆਉਣ ਲੱਗ ਗਈ, ਭਾਈ ਮਿਲੋ ਭਾਈ ਮਿਲੋ ਭਾਈ ਮਿਲੋ, ਐਂ ਬਾਜ਼ ਆ ਗਈ। ਜਦੋਂ ਇਸ ਲੋੜ 'ਤੇ ਬਾਜ਼ ਆਉਂਦੀ ਹੈ, ਇੱਕ ਕਿਸੇ ਪਿੰਡ ਦਾ ਬਾਹਮਣ, ਗਰੀਬ ਬਾਹਮਣ ਜਿਹੜਾ ਆਪਣੇ ਜ਼ਿਮੀਂਦਾਰਾਂ ਦੇ ਰੋਜ਼ ਹੀ ਮੰਗ ਕੇ ਖਾਣ ਵਾਲਾ, ਕੋਈ ਜੱਟੀ ਕਹਿ ਦਿੰਦੇ ਬਾਹਮਣ ਤੜਕੇ ਮੱਥੇ ਲੱਗਦਾ ਹੈ। ਤਿਲਕ ਵਾਲੇ ਬਾਹਮਣ ਨੂੰ ਚੰਗਾ ਕਹਿੰਦੇ ਨੇ, ਜੇ ਬਿਨ ਤਿਲਕ ਵਾਲਾ ਹੋਵੇ ਉਹਨੂੰ ਮਾੜਾ ਕਹਿੰਦੇ ਨੇ ਜ਼ਿਆਦਾ ਜੇ ਮੰਗਣ ਜਾਏ। ਜਿਸ ਵਕਤ ਉਹ ਮੰਗ ਕੇ ਲਿਆਉਂਦੇ ਉਹਦੇ ਘਰ ਵਾਲੀ ਕਹਿੰਦੀ ਕਿਉਂ ਰੋਜ਼ ਗਾਲਾਂ ਲੈਣਾ ਹੈ, ਤੂੰ ਰਾਮ ਸਿੰਘ ਬਾਦਸ਼ਾਹ ਦਾ ਭਾਈ ਗੁਆਚਿਆ ਵਾ, ਤੂੰ ਰਾਮ ਸਿੰਘ ਬਾਦਸ਼ਾਹ ਨੂੰ ਕੋਈ ਨਾ ਕੋਈ ਗੱਪ ਮਾਰ ਕੇ ਗੱਲ ਦੱਸ ਦੀ ਤੇ ਤੈਨੂੰ ਉਹ ਬਾਦਸ਼ਾਹ ਦੇਊਗਾ ਬਹੁਤ ਕੁਛ। ਉਹ ਕਹਿੰਦਾ ਚੰਗਾ। ਉਹ ਤਾਂ ਪੰਡਤ ਵਿਚਾਰਾ ਪੰਡਤਨੀ ਦੇ ਆਖੇ ਵੇ ਹੁਣ ਰਾਮ ਸਿੰਘ ਬਾਦਸ਼ਾਹ ਦੇ ਸ਼ਹਿਰ 'ਚ ਆ ਗਿਆ, ਆਉਂਦਾ ਹੈਗਾ ਤੁਰਿਆ, ਬਿਰਧ ਬਾਹਮਣ ਹੈ। ਰਾਹ ਦੇ ਵਿੱਚ ਰਾਤ ਪੈ ਗਈ ਉਸੇ ਬੋਹੜ ਥੱਲੇ। ਜਿਸ ਵਕਤ ਰਾਤ ਪਈ ਉਹ ਬੋਹੜ ਦੇ ਵਿੱਚੋਂ ਬਾਜ਼ ਆਏ, ਭਾਈ ਮਿਲੋ ਭਾਈ ਮਿਲੋ। ਘੰਟੇ 2 ਘੰਟਿਆਂ ਮਗਰੋਂ ਬਾਟ ਆਈ ਤੇ ਬਾਹਮਣ ਪੰਛੀ ਮਾਰ ਕੇ ਆਪਦਾ ਰਾਮ ਰਾਮ ਕਰਨ ਲੱਗ ਗਿਆ, ਡਰਦਾ ਮਾਰਿਆ। ਦਿਨ ਚੜ੍ਹਿਆ ਤੇ ਫੇਰ ਤੁਰ ਪਿਆ। ਉਹ ਸ਼ਹਿਰ ਦੇ ਵਿੱਚ ਆ ਕੇ ਰਾਮ ਸਿੰਘ ਬਾਦਸ਼ਾਹ ਦੇ ਮਹਿਲਾਂ ਦੇ ਵਾਰਸ ਦੇ ਵਿੱਚ ਬਹਿ ਗਿਆ ਪੰਛੀ ਮਾਰ ਕੇ।
ਜਦੋਂ ਰਾਜੇ ਨੇ ਬਾਰ ਖੋਲ੍ਹਿਆ ਕਹਿੰਦਾ ਮਹਾਰਾਜ ਪੰਡਤ ਜੀ ਤੁਸੀਂ ਕਿਵੇਂ ਬੈਠੇ ਹੋ? ਅੱਛਾ ਜੀ। ਕਹਿੰਦਾ ਭਾਈ ਕੱਪੜਾ ਵੀ ਪੰਡਤ ਕੋਈ ਵਿਚਾਰੇ ਕੋਈ ਪਤਲਾ। ਕਹਿੰਦਾ ਜੀ ਮੈਂ ਤਾਂ ਤੁਹਾਡੇ ਕੋਲੇ ਆਇਆ, ਸੱਚੀ ਗੱਲ ਮੈਂ ਦੱਸੂ, ਮੈਂ ਝੂਠ ਮਾਰਦਾ ਨਹੀਂ। ਬਾਹਮਣ ਕਹਿੰਦਾ, ਉਹ ਕਹਿੰਦਾ ਦੱਸ। ਕਹਿੰਦਾ ਮੈਨੂੰ ਇੱਕ ਰਸਤੇ ਦੇ ਵਿੱਚ ਰਾਤ ਪੈ ਗਈ, ਉਸ ਬੋਹੜ ਦਾ ਬੂਟਾ ਹੈ, ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਭਾਈ ਮਿਲੋ ਭਾਈ ਮਿਲੋ। ਉਹ ਕਹਿੰਦਾ ਪੱਕੀ ਗੱਲ ਹੈ? ਕਹਿੰਦਾ ਜੀ ਪੱਕੀ ਗੱਲ ਹੈ। ਕਹਿੰਦਾ ਮੈਨੂੰ ਵਿਖਾ ਕੇ ਲਿਆ। ਰੋਟੀ ਪਾਣੀ ਖਵਾਇਆ ਪੰਡਤ ਨੂੰ, ਖਵਾ ਕੇ ਰੋਟੀ ਪਾਣੀ ਰਾਮ ਸਿੰਘ ਬਾਦਸ਼ਾਹ ਨੇ ਘੋੜੇ 'ਤੇ ਬਿਠਾ ਲਿਆ ਪੰਡਤ ਨਹਾ ਧੁਆ ਕੇ। ਜਦੋਂ ਘੋੜੇ 'ਤੇ ਬਿਠਾਇਆ ਤਾਂ ਉਹ ਉਸ ਬੋਹੜ ਦੇ ਥੱਲੇ ਆ ਕੇ ਜਦੋਂ ਬਹਿ ਗਏ, ਉਹ ਆਵਾਜ਼ ਆਈ ਭਾਈ ਮਿਲੋ ਭਾਈ ਮਿਲੋ। 5-6 ਵਾਰੀ ਉਹਨੇ ਆਵਾਜ਼ ਜਦੋਂ ਸਿਆਣੀ ਨਾ ਰਾਮ ਸਿੰਘ ਨੇ, ਕਹਿੰਦਾ ਵੀ ਇਹਦਾ ਸਮਾਂ ਮੇਰਾ ਪੜ੍ਹਾਈ ਹੈ। ਉੱਥੋਂ ਮੁੜਿਆ, ਜਦੋਂ ਮੁੜ ਕੇ ਆ ਕੇ ਰਾਜ ਦੇ ਵਿੱਚ ਮੇਰੀਆਂ ਗੱਲਾਂ ਦਾ ਤੁਸੀਂ ਅਮਲ ਕਰਕੇ ਦੇਖਿਓ, ਵਿੱਚੋਂ ਥੋੜ੍ਹਾ ਜਿਹਾ ਵਡਿਆਈ ਨਹੀਂ ਮਾਰਦਾ ਮੈਂ। ਜੇ ਕਹਿੰਦੇ ਖੂਨ ਹੋ ਜੇ ਜਾਂ ਕੋਈ ਚੋਰੀ ਹੋ ਜੇ, ਉਹ ਕਿੱਥੋਂ ਨਿਕਲਦੀ ਹੈ? ਕੌਣ ਕੱਢਦਾ ਹੈ? ਇਹ ਚੋਰੀ ਜਾਰੀ ਹੈ, ਜਿਹੜੀ ਚੋਰੀ ਕੱਢਣੀ ਹੁੰਦੀ ਹੈ, ਇਹ ਜਿੱਥੇ ਤੀਵੀਆਂ 5-7 ਬੈਠੀਆਂ ਹੋਣ ਨਾ, ਉੱਥੋਂ ਉਹ ਕੱਢਦੀਆਂ ਚੋਰੀ ਨੂੰ। ਉਹ ਬੁੜੀਆਂ ਇਕੱਠੀਆਂ ਹੋ ਕੇ ਅੱਗੇ, ਹੁਣ ਤਾਂ ਲੈਟਰੀਆਂ ਬਣੀਆਂ ਘਰੋਂ ਘਰੀ, ਅੱਗੇ ਲੈਟਰੀਆਂ ਰੂਟਰੀਆਂ ਕਿਹੜੀਆਂ ਹੁੰਦੀਆਂ ਸੀ? ਅੱਗੇ 5-7 ਬੁੜੀਆਂ ਇਕੱਠੀਆਂ ਹੋ ਜਾਂਦੀਆਂ, ਬਾਹਰ ਵਗ ਜਾਂਦੀਆਂ, ਨਹੀਂ ਤਾਂ ਬਾਹਰ ਜਾ ਕੇ ਉਹ ਗੱਲਾਂ ਬਾਤਾਂ ਕਰਨ ਲੱਗ ਜਾਂਦੀਆਂ। ਅਤੇ ਕੋਈ ਗੱਲ ਕਰਦੇ, ਕੋਈ ਕਿਵੇਂ ਕਰਦੇ, ਕੋਈ ਕਿਵੇਂ ਕਰਦੇ। ਕੋਈ ਕਹਿੰਦੇ ਸਾਡੇ ਤਾਂ ਅੱਜ ਜਾਏ ਖਾਣੇ ਦੀ ਅੱਗ ਹੀ ਨਹੀਂ ਮੱਚੀ, ਛਟੀਆਂ ਗਿੱਲੀਆਂ ਸੀ। ਅੱਗੇ ਕਪਾਹ ਨਰਮਾ ਵਾਲਾ ਹੁੰਦਾ। ਮੇਰੇ ਤਾਂ ਅੱਖਾਂ ਭਣਤੀਆਂ। ਇੱਕ ਪੰਡਤਾਂ ਦੀ ਬੁੜੀ ਉਹਨਾਂ ਦੇ ਵਿੱਚ ਆ ਗਈ। ਉਹ ਕਹਿੰਦੀ ਭਾਈ ਭੈਣੇ ਅਸੀਂ ਤਾਂ ਮੌਜ ਕਰਦੇ ਹਾਂ। ਕਹਿੰਦੀ ਨਾ ਤਾਂ ਅਸੀਂ ਕਿਤੇ ਚੁੱਲ੍ਹੇ 'ਚ ਅੱਗ ਪਾਈ ਹੈ, ਅਤੇ ਨਾ ਇਹ ਧੂੰਆਂ ਧੂਖੜਿਆ ਕਿਤੇ। ਕਹਿੰਦੀ ਕਿਵੇਂ ਤੂੰ ਕਿਵੇਂ ਪੰਡਤ ਨਹੀਂ ਐ ਕਰਦੀ ਹੈ? ਕਹਿੰਦੀ ਸਾਡਾ ਪੰਡਤ ਤਾਂ ਨਾ ਗੰਗਾ ਮਾਈ 'ਤੇ ਜਾਂਦਾ ਹੈ। ਗੰਗਾ ਮਾਈ 'ਤੇ ਜਾ ਕੇ ਇਸ਼ਨਾਨ ਕਰਕੇ ਗੰਗਾ ਮਾਈ ਵਰ ਦਿੰਦੀ ਉਹਨੂੰ। ਕਹਿੰਦੇ ਮੰਗ ਬੱਚਾ ਜਿਹੜਾ ਕੁਛ ਮੰਗਦਾ ਹੈ। ਕਹਿੰਦਾ ਜਿਹੇ ਜਿਹੇ ਭੋਜਨ ਦੀ ਲੋੜ ਹੁੰਦੀ ਹੈ, ਉਹ ਹਜੇ ਪੰਡਤ ਨੂੰ ਸਾਡੇ ਨੂੰ ਭੋਜਨ ਬਣਿਆ ਬਣਾਇਆ ਸਾਡੇ ਤਾਂ ਘਰੇ ਆ ਜਾਂਦਾ ਹੈ। ਕਹਿੰਦੀ ਰੋਜ਼ ਦੀ ਰੋਜ਼ ਜਾਂਦਾ ਹੈ। ਉਹ ਫਿਰ ਰਾਮ ਸਿੰਘ ਬਾਦਸ਼ਾਹ ਜਦੋਂ ਲੈਟਰੀਆਂ ਗਈਆਂ ਨਾ ਬੁੜੀਆਂ, ਉਹਨਾਂ ਦੇ ਮਗਰ ਲੱਗ ਗਿਆ। ਉੱਥੇ ਜਾ ਕੇ ਲੁੱਕ ਕੇ ਬਹਿ ਗਿਆ ਪਾਸੇ। ਜਿਉਂ ਬੈਠਾ ਵਾ, ਉਹ ਜਿਸ ਵਕਤ ਪੰਡਤ ਤੜਕੇ ਉੱਠ ਕੇ ਮੈਦਾਨ ਜਾਣ ਲੱਗਾ ਗੰਗਾ ਨੂੰ, ਪੰਡਤ ਨੇ ਦਾ ਚਰਨ ਫੜ ਲਏ ਰਾਜੇ ਨੇ। ਕਹਿੰਦਾ ਮਹਾਰਾਜ ਕਿੱਥੇ ਜਾਂਦੇ ਹੋ? ਕਹਿੰਦਾ ਗੰਗਾ 'ਤੇ ਜਾਂਦੇ ਹਾਂ। ਉਹ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਘੋੜੇ 'ਤੇ ਲੈ ਕੇ ਚੱਲੂ। ਗੰਗਾ 'ਤੇ ਪੰਡਤ ਨੂੰ ਘੋੜੇ 'ਤੇ ਬਿਠਾ ਕੇ ਲੈ ਗਿਆ, ਲਿਜਾ ਕੇ ਇਸ਼ਨਾਨ ਕਰਿਆ। ਇਸ਼ਨਾਨ ਕਰਕੇ ਜਦੋਂ ਉੱਥੇ ਪੰਡਤ ਨੇ ਬਹਿ ਕੇ ਭਜਨ ਕਰਿਆ ਥੋੜ੍ਹਾ ਜਿਹਾ ਚਿਰ, ਉਹ ਕਹਿੰਦਾ ਮਹਾਰਾਜ ਇੱਕ ਮੇਰਾ ਭਾਈ ਲੋਪ ਹੋਇਆ ਵਾ, ਇੱਕ ਦਰਖਤ ਦੇ ਵਿੱਚੋਂ ਆਵਾਜ਼ ਆਉਂਦੀ ਹੈ ਭਾਈ ਮਿਲੋ ਭਾਈ ਮਿਲੋ, ਤੁਸੀਂ ਉਹਦਾ ਕੋਈ ਪਾ ਕਰ ਸਕਦੇ ਹੋ? ਉਹ ਕਹਿੰਦਾ ਭਾਈ ਕਰ ਸਕਦੇ ਹਾਂ। ਕਹਿੰਦਾ ਉਸ ਦੇ ਉੱਤੇ ਤਾਂ ਪਰੀਆਂ ਨੇ ਚੌਲ ਮੁੱਠੀ ਮਾਰ ਕੇ ਭਸਮ ਕਰਿਆ ਵਾ। ਉਹ ਸੁਆਹ ਬਣ ਕੇ ਉਹਦੇ ਵਿੱਚੋਂ ਦਰਖਤ ਬੋਹੜ ਦਾ ਨਿਕਲਿਆ ਆ, ਉਹਦੀ ਸੁਰਤੀ ਕਹਿੰਦਾ ਆਉਂਦੀ ਹੈ, ਆਵਾਜ਼ ਆਉਂਦੀ ਹੈ। ਕਹਿੰਦਾ ਫਿਰ ਮਹਾਰਾਜ ਉੱਥੋਂ ਜਲ ਲੈ ਲਿਆ, ਜਲ ਲੈ ਕੇ ਅਤੇ ਉੱਥੇ ਆ ਕੇ ਭਜਨ ਕਰਿਆ। ਜਲ ਦੀ ਟੋਲੀ ਜਦੋਂ ਮਾਰੀ ਭਰ ਕੇ 5 ਹੱਥ ਬੋਹੜ ਘੱਟ ਗਿਆ। ਫਿਰ ਭਜਨ ਕਰਿਆ, ਨਾ ਉਹਨੇ ਰਾਮ ਸਿੰਘ ਬਾਦਸ਼ਾਹ ਨੇ ਕਰਿਆ, ਨਾ ਉਹਨੇ ਫਿਰ ਮਾਰੀ, ਫਿਰ ਉਦੋਂ ਛੋਟਾ ਹੋ ਗਿਆ। ਜਦੋਂ ਤੀਜੀ ਵਾਰ ਜਲ ਦੀ ਚੁਲੀ ਮਾਰੀ, ਉਹ ਸੁਆਹ ਬਣ ਗਈ। ਸੁਆਹ ਬਣੀ ਅਤੇ ਜਦੋਂ ਚੌਥਾ ਫਿਰ ਮੰਤਰ ਪੜ੍ਹ ਕੇ ਮਾਰੀ ਚੁਲੀ, ਸਿੱਧੇ ਘੋੜਾ ਸਿੱਧੇ ਰਾਮ ਸਿੰਘ ਧਰਤੀ ਦੇ ਵਿੱਚੋਂ ਉੱਗ ਪਏ। ਪੰਡਤ ਨੂੰ ਬਹੁਤ ਨਾਮ ਦਿੱਤਾ। ਨਾਮ ਦੇ ਕੇ ਤੇ ਫਿਰ ਘਰ ਭਰਤੇ ਪੰਡਤ ਦੇ ਮਾਇਆ ਨਾਲ ਖੁਸ਼ ਕਰਤਾ। ਆਪ ਜੀ ਦੀ ਬੜੇ ਭਾਈ ਮੇਰੇ ਕਹਿੰਦਾ ਭਰਾਵਾ ਮੈਂ ਤਾਂ ਪਰੀਆਂ ਨੇ ਚੱਕ ਲਿਆ ਸੀ, ਆਹ ਮੇਰੀ ਤੀਜੀ ਵਾਰ ਮੌਤ ਹੋਈ ਵੀ
ਪਰਮਾਤਮਾ ਨੇ ਰੱਖਿਆ। ਉਹ ਫਿਰ ਰਾਮ ਸਿੰਘ ਬਾਦਸ਼ਾਹ ਦੀ ਮੌਤ ਹੋ ਗਈ। ਅੱਛਾ ਜੀ। ਜਦੋਂ ਮੌਤ ਹੋਈ ਨਾ ਫਿਰ ਕਹਿੰਦਾ ਵੀ ਰਾਮ ਸਿੰਘ ਕਹਿੰਦਾ ਆਪਣਾ ਰੂਪ ਸਿੰਘ ਕਹਿੰਦਾ ਵੀ ਮਨਾ ਇਹ ਰਾਜੇ ਦੇ ਪੁੱਤਰ ਦੇ ਚਿੱਤ ਦੇ ਵਿੱਚ ਇਹ ਜਾਊ ਵੀ ਮੇਰੇ ਰਾਜ ਭਾਗ ਦੇ ਵਿੱਚ ਮੈਨੂੰ ਅੱਧਾ ਰਾਜ ਦੇਣਾ ਪਊ। ਉਹ ਸੱਦ ਕੇ ਰਾਮ ਸਿੰਘ ਦੇ ਮੁੰਡੇ ਨੂੰ ਕਹਿੰਦਾ ਪੁੱਤਰ ਆਹ ਲੈ ਰਾਜ ਭਾਗ ਮੈਂ ਦਸਤਖਤ ਕਰਦਾ, ਮੇਰਾ ਇਹਦੇ ਵਿੱਚ ਕੁਛ ਨਹੀਂ, ਤੇਰਾ ਹੀ ਰਾਜ ਹੈ, ਤੈਨੂੰ ਹੀ ਮਿਲਣਾ ਚਾਹੀਦਾ ਸੀ। ਮੇਰਾ ਭਰਾ ਮੁੱਕ ਗਿਆ, ਮੈਂ ਹੁਣ ਆਪਦੇ ਟਿਕਾਣੇ 'ਤੇ ਕਿਤੇ ਲੱਗਦਾ। ਇੰਨੀ ਗੱਲ ਕਹਿ ਕੇ ਇਦੋਂ ਬਾਅਦ ਕਿਤੇ ਇਹੋ ਜਿਹੀ ਕੋਈ ਹੋਰ ਸੁਣਾਵਾਂਗੇ। ਜਾਂ ਤਾਂ ਮੇਰੇ ਬਥੇਰੀਆਂ ਸੀਗੀਆਂ ਇਆਂ ਦੀਆਂ, ਹੁਣ ਸਾਰੀਆਂ ਭੁੱਲੇ ਮੈਂ। ਆਹ ਵੇਖੋ ਜਿਨ੍ਹਾਂ ਨੂੰ ਕੋਈ ਕਦਰ ਨਹੀਂ ਗੱਲ ਸੁਣਨ ਦੀ ਜਾਂ ਉਹਦੇ ਗੁਣ ਕੱਢਣ ਦੀ, ਉਹ ਵੇਖੋ ਬੁੜੀਆਂ ਤੋਂ ਚੋਰੀ ਨਿਕਲਦੇ। ਇੱਕ ਨੇ ਕਹਿੰਦਾ ਜੱਟ ਨੇ ਨਾ ਇਹ ਪਰਚਾ ਮੁੰਡੇ ਮਾਰੇ ਨੇ ਇੱਕ ਮਤੀਰਾ ਲੈ ਆਇਆ। ਅੱਛਾ ਜੀ। ਮਤੀਰਾ ਬਲੇਟ ਕੇ ਲੀੜੇ ਦੇ ਵਿੱਚ ਕਹਿੰਦਾ ਵੇ ਸੰਦੂਖ ਦਾ ਬਾਰ ਖੋਲੀ ਨਹੀਂ। ਉਹ ਜਿਉਂ ਬਾਰ ਖੋਲ੍ਹਿਆ ਕਹਿੰਦੇ ਇਹ ਕੀ ਹੈ? ਕਹਿੰਦਾ ਗੱਲ ਨਾ ਕਰੀ, ਮਤੀਰਾ ਹੈ। ਆਹ ਸੱਚ ਇੱਕ ਬੰਦੇ ਦਾ ਸਿਰ ਹੈ, ਮੈਂ ਮਾਰ ਕੇ ਆਇਆ ਬੰਦੇ ਨੂੰ, ਦੁਸ਼ਮਣ ਨੂੰ। ਉਹ ਕਹਿੰਦੀ ਜੇ ਗੱਲ ਕਰੀਏ ਵੇਖ ਲਈ, ਮੈਂ ਤਾਂ ਜਮਾਂ ਹੀ ਨਹੀਂ ਗੱਲ ਕਰਦੀ। ਜਦੋਂ ਉਹ ਤਾਂ ਦਿਲ ਦੇ ਵਿੱਚ ਟੱਪਦੀ ਫਿਰਦੀ ਹੈ ਗੱਲ ਵੀ ਫੜੀ ਨਾ ਜਾਈਏ। ਉਹ ਤਾਂ ਨਾ ਜਾ ਕੇ ਬੁੜੀਆਂ ਕੋਈ ਗੱਲ ਕਰਦੀ ਨਹੀਂ। ਸਾਡੇ ਵਾਲੇ ਨੇ ਪੁੱਤੇ ਨੇ ਬੰਦਾ ਮਾਰ ਕੇ ਨਾ ਸਿਰ ਵੱਢ ਕੇ ਸੰਦੂਕ ਇਸ ਲਿਆ ਕੇ ਧਰਤਾ। ਉਹਨਾਂ ਨੇ ਕਹਾ ਕਰਤੀ ਔਰ ਆਪਦੇ ਆਦਮੀਆਂ ਕੋਲ ਉਹਦਾ ਗੱਲ ਜੀ ਫੈਲ ਗਈ। ਉਹਦਾ ਪੁਲਿਸ 'ਚ ਜਾ ਪਹੁੰਚੀ ਗੱਲ। ਅੱਛਾ ਜੀ। ਉਹ ਪੁਲਿਸ ਵਾਲਾ ਥਾਣੇਦਾਰ ਆਇਆ, ਕਹਿੰਦਾ ਉਹ ਤੂੰ ਬੰਦਾ ਮਾਰਿਆ? ਕਹਿੰਦਾ ਸਿਰ ਬੰਦੇ ਦਾ ਰੱਖੀ ਬੈਠਾ ਹੈ ਮਾਰ ਕੇ ਸੰਦੂਕ 'ਚ। ਕਹਿੰਦੇ ਤੁਹਾਨੂੰ ਕੌਣ ਕਹਿੰਦਾ? ਕਹਿੰਦਾ ਮੇਰੇ ਕੋਲ ਪੂਰੀ CID ਹੈ, ਤੂੰ ਸਿੱਧਾ ਹੋ ਕੇ ਕੱਢ ਸਿਰ। ਉਹ ਜੱਟਾ ਛੱਪਿਆ। ਜਦੋਂ ਛੱਪਿਆ ਉਹ ਕਹਿੰਦਾ ਪੱਕੀ ਗੱਲ ਹੈ ਜੀ? ਕਹਿੰਦਾ ਹਾਂ ਪੱਕੀ ਗੱਲ ਹੈ। ਉਹ ਜਦੋਂ ਰੱਟ ਨੇ ਖੋਲ੍ਹਿਆ ਸੰਦੂਕ ਦੇ ਵਿੱਚੋਂ ਮਤੀਰਾ ਬਲੇਟਿਆ ਵਾ ਕੱਢ ਲਿਆ। ਕਹਿੰਦਾ ਜੀ ਮੈਂ ਤਾਂ ਇਸ ਗੱਲ ਨੂੰ ਵੀ ਇਹਨਾਂ ਦੀ ਗੱਲ ਪਚਦੀ ਨਹੀਂ ਹੁੰਦੀ ਹੈ। ਉਹ ਹੈ ਤਾਂ ਮਤੀਰਾ ਅਤੇ ਇਹ ਤਾਂ ਗਾਹਾਂ ਜਾ ਕੇ ਹਵਾ ਫੇਰ ਦਿੰਦੀਆਂ, ਸਾਰੀ ਦੁਨੀਆ 'ਤੇ ਫੇਰ ਦਿੰਦੀਆਂ। ਇੰਨੀ ਕੁ ਗੱਲ ਭਾਈ ਤੇਰੇ ਬਾਤ ਪਸੰਦ ਸੀ।